ਆਪਾਂ ਮੇਘਾਲਿਆ ਦੇ ਰਾਜਪਾਲ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਵੀ ਕਿਹਾ ਹੈ ਕਿ ਦਮਨਕਾਰੀ ਨੀਤੀਆਂ ਛੱਡ ਕੇ ਕਿਸਾਨਾਂ ਦੀ ਗੱਲ ਮੰਨਣੀ ਚਾਹੀਦੀ ਹੈ, ਕਿਉਂਕਿ ਕਿਸਾਨ ਖਾਲੀ ਹੱਥ ਗਏ ਤਾਂ ਬਹੁਤ ਲੰਬਾ ਸਮਾਂ ਬੋਲ ਨਹੀਂ ਸਕਦੇ। ਰਾਜਨਾਥ ਦੀ ਗੱਲ ਕਰ ਲਈਏ, ਦੂਜੇ ਸੂਬਿਆਂ ਦੀ ਗੱਲ ਕਰ ਲਈਏ, ਇਹ ਜਿਹੜਾ ਭਾਜਪਾ ਦੇ ਅੰਦਰਲਾ ਸੇਕ ਹੈ, ਗਰੇਵਾਲ ਜੀ ਲੱਗਦਾ ਕਿਤੇ ਇਹ ਗੱਲ ਭਾਜਪਾ 'ਚ ਵੀ ਮਹਿਸੂਸ ਕੀਤੀ ਜਾ ਰਹੀ ਹੈ। ਇਹਨਾਂ ਮਾਮਲਿਆਂ ਤੇ ਕੋਈ ਨਾ ਕੋਈ ਸਾਰਥਕ ਡਾਇਲਾਗ ਹੋ ਕੇ मामला निपटना चाहिए। राजनाथ सिंह जी ने कोई भी ऐसी गल नहीं कही जो पार्टी की लाइन तो पार्टी के दायरे तो बाहर हो। ਜਿਹੜੇ ਸੜਕਾਂ ਤੇ ਬੈਠੇ ਆ ਉਹ ਕਿਸਾਨ ਨੇ, ਉਹ ਬਹੁਤ ਪਰੇਸ਼ਾਨ ਹੋ ਕੇ ਗਏ ਹੋਏ ਆ। ਉਹ ਚਾਹੁੰਦੇ ਆ ਕਿ ਉਹਨਾਂ ਦੀਆਂ ਜ਼ਮੀਨਾਂ ਤੇ ਕਿਸੇ ਨੇ ਕਬਜ਼ਾ ਕਰ ਲੈਣਾ। ਉਹਨਾਂ ਨੂੰ ਇਹ ਸਮਝਾਤਾ ਤੇ ਨਾ ਕਿਸੇ ਨੇ ਕਬਜ਼ਾ ਕੀਤਾ ਤੇ ਨਾ ਕਰਨਾ, ਤੇ ਉਹ ਮਰਨ ਮਾਰਨ ਤੇ ਹੋ ਕੇ ਗਿਆ ਹੋਇਆ। ਤੇ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਦਾ ਆਪਣਾ ਤਰੀਕਾ ਗੱਲ ਕਰਨ ਦਾ, ਉਹ ਆਪਣੇ ਰਾਜਨੀਤਿਕ ਹਿੱਤ ਸਾਧ ਰਹੇ ਆ। ਹੁਣ ਮੈਂ ਸਮਝਦਾ ਕਿ ਪ੍ਰੋਫੈਸਰ ਮਨਜੀਤ ਸਿੰਘ ਜੀ ਵੀ ਬੈਠੇ ਆ, ਪਰ ਸਾਨੂੰ ਕੋਈ ਇਤਰਾਜ਼ ਨਹੀਂ ਕਿੱਥੇ ਜਾਂਦੇ ਆ। ਉੱਥੇ ਵੈਸਟ ਬੰਗਾਲ 'ਚ ਜਾਣ ਦਾ, ਉੱਥੇ ਕਿਸਾਨ ਦਾ ਕੀ ਹਿੱਤ ਠੀਕ ਸਾਧਿਆ ਜਾਏਗਾ। ਗਰੇਵਾਲ ਨੂੰ ਇਹ ਸਾਰੇ ਰਾਜਨੀਤਿਕ ਹੀ ਦਿਸ ਰਹੇ ਨੇ। ਜਿੰਨੇ ਕਿਸਾਨ ਅੱਜ ਧਰਨਿਆਂ ਤੇ ਬੈਠੇ ਨੇ, ਕੀ ਉਹ ਸਾਰੇ ਦੇਸ਼ ਸਮਝ ਰਹੇ? ਮੈਂ ਇਹ ਪੁੱਛਣਾ ਚਾਹੁੰਦਾ ਇਹਨਾਂ ਤੋਂ ਕਿ ਪੰਜਾਬ 'ਚ ਜਿੰਨੇ ਟੋਲ ਪਲਾਜ਼ੇ, ਜਿੰਨੇ ਮਾਲ, ਜਿੰਨੇ ਵੀ ਰਿਲਾਇੰਸ ਕੰਪਨੀਆਂ ਦੇ ਪੰਪ ਜਾਂ ਹੋਰ ਜਿੰਨੇ ਵੀ ਬੈਠੇ ਨੇ, ਔਰ ਰੇਲਵੇ ਟਰੈਕਾਂ ਤੇ 2 ਮਹੀਨੇ ਬੈਠੇ ਰਹੇ, 3.5 ਮਹੀਨੇ ਤੋਂ ਉੱਤੇ ਸਾਨੂੰ ਦਿੱਲੀ ਦੇ 4 ਸਫੇਰੇ ਬਾਰਡਰਾਂ ਤੇ ਹੋ ਗਿਆ। ਅਤੇ ਇਸੇ ਤਰ੍ਹਾਂ 300 ਤੋਂ ਵੱਧ ਸਾਡਾ ਕਿਸਾਨ ਜਿਹੜਾ ਉਹ ਇਸ ਕਿਸਾਨ ਮੋਰਚੇ ਦੀ ਕੁਰਬਾਨੀ ਦੇ ਚੁੱਕਾ ਇਹਦੇ ਸੰਬੰਧ। ਅਤੇ ਨਵਰੀਤ ਜਿਹੜਾ ਲੜਕਾ ਨੌਜਵਾਨ, ਉਹਦਾ ਜਿਹੜਾ ਦਾਦਾ ਪੜ੍ਹਿਆ ਲਿਖਿਆ ਹੈ, ਕੀ ਸਾਰੇ ਬੇਸਮਝ ਇਹ ਗਰੇਵਾਲ ਹੀ ਇਕੱਲਾ ਸਮਝਦਾਰ ਹੈ? ਇਹ ਜਿਹੜੇ ਕਹਿੰਦੇ ਆ ਵੀ ਇਹ ਸਾਰੇ ਜਿਹੜੇ ਰਾਜਨੀਤਿਕ ਹੈ, ਤੁਸੀਂ ਕੀ ਕਰਦੇ ਹੋ? ਤੁਸੀਂ ਜਰਾ ਬੈਠ ਕੇ ਤਾਂ ਵਿਖਾਓ ਸੜਕਾਂ ਤੇ 2 ਡਿਗਰੀ ਟੈਂਪਰੇਚਰ ਦੇ ਵਿੱਚ ਬਿਨਾਂ ਪਾਣੀ ਤੋਂ ਤੇ ਗਿੱਲੀਆਂ ਚਾਦਰਾਂ ਦੇ ਉੱਤੇ 4 ਦਿਨ ਹੀ ਬਹਿ ਜਾਓ ਰਾਜਨੀਤੀ ਵਾਸਤੇ, ਸਾਨੂੰ ਪਤਾ ਲੱਗ ਜੂਗਾ ਵੀ ਇਹ ਰਾਜਨੀਤੀ ਕੇ ਇਹਨਾਂ ਨੂੰ ਦਿਲੋਂ ਦਰਦ ਹੈਗਾ। ਇਹ ਬਹੁਤ ਸਾਰੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਇੱਥੇ ਬੀਜੇਪੀ ਦੇ ਇਹੋ ਜਿਹੇ ਸਪੋਕਸਮੈਨ ਹੈਗੇ ਆ ਜਿਹੜੇ ਇਹ ਕਹਿ ਰਹੇ ਆ ਕਿ ਜਦ ਤੱਕ ਇਹ ਤ੍ਰਿਕੜੀ ਜਿਹੜੀ ਹੋਣ ਆ, ਨਰਿੰਦਰ ਤੋਮਰ ਔਰ ਜਿਹੜਾ ਨਾਲ ਹੀ ਉਹਦੇ ਦੂਸਰੇ ਹੈਗੇ ਆ ਸਾਡੇ ਉਹ ਸੋਮ ਪ੍ਰਕਾਸ਼, ਜਦ ਤੱਕ ਇਹ ਬੈਠੇ ਆ ਕੁਝ ਨਹੀਂ ਹੋ ਸਕਦਾ। ਉਹਨਾਂ ਦਾ ਕਹਿਣਾ ਇਹ ਹੈਗਾ ਜਿੰਨੇ ਵੀ ਕਾਜੀਆਂ ਕੇ ਹੁਣ ਤੱਕ ਮੇਰੇ ਨਾਲ ਹੀ ਆ ਜਾਓ। ਤੇ ਬਲਦੇਵ ਸਿੰਘ ਸਰਤਾ ਜਿਹੜਾ ਉਹ ਕਿਹੜੀ ਰਾਜਨੀਤਿਕ ਪਾਰਟੀ ਦੇ ਨਾਲ ਜੁੜਿਆ ਹੋਇਆ, ਇਹਨਾਂ ਲੋਕਾਂ ਨੂੰ ਸਮਝ ਆਉਣੀ ਚਾਹੀਦੀ ਆ। ਪਰ ਇਹ ਜਿਹੜੇ ਲੋਕ ਇਹ ਸਾਨੂੰ ਕਿਸਾਨਾਂ ਨੂੰ, ਇਹ ਪਹਿਲਾਂ ਕਿਸਾਨ ਨਹੀਂ ਮੰਨਿਆ, ਇਹ ਮੈਂ ਕਹੂੰਗਾ ਸਾਨੂੰ ਇਨਸਾਨ ਵੀ ਨਹੀਂ ਮੰਨ ਰਿਹਾ। ਇਹਨਾਂ ਦਾ ਤਾਂ ਕੰਮ ਹੀ ਸਿੱਧਾ ਜਿਹਾ, ਜਦੋਂ ਕੋਈ ਬੰਦਾ ਜ਼ਮੀਨ ਵਿਖਾਉਂਦਾ ਹੈ ਇਹਨਾਂ ਦੇ ਉੱਤੇ ਤੇ ਇਹਨਾਂ ਨੂੰ ਉਦੋਂ ਹੀ ਭਾਜੜ ਪੈ ਜਾਂਦੀ ਹੈ ਕਿ ਕਿੱਥੋਂ ਜੰਮ ਪਿਆ ਸਾਡੇ 'ਚ। ਇਹ ਬੇਜ਼ਮੀਰੇ ਲੋਕ ਨੇ, ਮਰੀਆਂ ਜ਼ਮੀਰਾਂ ਵਾਲੇ। ਜਿਹੜੇ ਬੀਜੇਪੀ ਦੇ ਸਪੋਕਸਮੈਨ ਉਹ ਇਹ ਕਹਿੰਦੇ ਆ ਕਿ ਜਦ ਤੱਕ ਰਾਜਨਾਥ ਸਿੰਘ ਤੇ ਗਡਕਰੀ ਵਰਗੇ ਬੰਦੇ ਅੱਗੇ ਨਹੀਂ ਆਉਂਦੇ, ਉਦੋਂ ਤੱਕ ਇੱਥੇ ਕੋਈ ਕਿਸਾਨਾਂ ਦਾ ਹੱਲ ਨਹੀਂ। ਕਿਉਂਕਿ ਜਿਹੜੇ ਹੁਣ ਵਾਲੇ 3 ਮਿਨਿਸਟਰ ਸਾਹਿਬਾਨ ਨੈਗੋਸੀਏਸ਼ਨ 'ਚ ਬਹਿੰਦੇ ਆ, 11 ਵਾਰੀ ਬੈਠ ਗਏ, 0 ਦਾ 0, 1 ਨੰਬਰ ਨਹੀਂ ਉਹਨਾਂ ਨੂੰ ਦਿੱਤਾ ਜਾ ਸਕਦਾ। ਟਾਈਮ ਵੇਸਟ ਕੀਤਾ ਉਹਨਾਂ ਨੇ। ਜੇ ਗਵਰਨਰ ਨੇ ਕਹਿਤਾ ਵੀ ਭਾਈ ਦਮਨ ਨਾ ਕਰੋ ਕਿਸਾਨਾਂ ਦਾ, ਤੇ ਇਹਨਾਂ ਨੇ ਗਵਰਨਰ ਨੂੰ ਪਾਰਟੀ 'ਚੋਂ ਕੱਢ ਕੇ, ਤੇ ਗਵਰਨਰ ਦਾ ਜਿਹੜਾ ਹੈ ਨਾ ਉਹ ਪ੍ਰੈਜ਼ੀਡੈਂਟ ਦਾ ਨੁਮਾਇੰਦਾ ਹੁੰਦਾ ਹੈ। ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਜੀ ਆਪਣੀ ਅੜੀ ਦੇ ਉੱਤੇ ਆ, ਦੇਖਣ ਨੂੰ ਉਹ ਹੋਰ ਦਾੜੀ ਵਧਾ ਕੇ ਸਾਧੂ ਬਣੀ ਜਾ ਰਹੇ ਆ, ਪਰ ਜਿਹੜਾ ਕੰਮ ਆ ਉਹ ਸਵਾਲ ਜਿਹੜਾ ਦੂਜਾ ਕੰਮ ਹੈ। ਮਨਜੀਤ ਸਿੰਘ ਗਰੇਵਾਲ ਨੂੰ ਸਵਾਲ ਕੀਤਾ ਸੀਗਾ ਕਿ ਤੈਨੂੰ ਸਿੱਖੀ ਪਿਆਰੀ ਹੈ ਕਿ ਆਰਐਸਐਸ? ਤੈਨੂੰ ਕਿਹਾ ਸੀ ਮੈਨੂੰ ਆਰਐਸਐਸ ਪਿਆਰੀ ਹੈ। ਇਹਨਾਂ ਨੂੰ ਇਹ ਪੁੱਛੋ, ਇਹ ਆਦੇ ਆਪ ਨੂੰ ਕਿਸਾਨ ਕਹਿੰਦੇ ਆ, ਇਹ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਸਾਰੀ ਪਾਰਟੀ ਨੂੰ, ਖਾਸ ਕਰਕੇ ਤੁਹਾਨੂੰ ਗਰੇਵਾਲ ਸਾਹਿਬ ਜੋ ਪੰਜਾਬ ਦੇ ਹੈ, ਜੋ ਪੰਜਾਬ ਜਾਣਦੇ ਆਪ ਨੂੰ ਸਿੱਖ ਕਹਾਉਣੇ, ਹਾਲਾਂਕਿ ਤੁਸੀਂ ਹੈ ਨਹੀਂਗੇ। ਨਜ਼ਰੀਆ ਦੀ ਡਿਬੇਟ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਆਪਾਂ ਜਿਸ ਮੁੱਦੇ ਤੇ ਚਰਚਾ ਕਰ ਰਹੇ ਹਾਂ, ਕਿਸਾਨ ਜਥੇਬੰਦੀਆਂ ਦੇ ਅੰਦੋਲਨ ਦਾ ਸੇਕ ਭਾਜਪਾ ਦੇ ਹੁਣ ਅੰਦਰੋਂ ਵੀ ਮਹਿਸੂਸ ਕੀਤਾ ਜਾਣ ਲੱਗਿਆ। ਮੇਘਾਲਿਆ ਦੇ ਰਾਜਪਾਲ ਮਲਿਕ ਨੇ ਕਿਹਾ ਕਿ ਕਿਸਾਨਾਂ ਲਈ ਦਮਨਕਾਰੀ ਨੀਤੀਆਂ ਛੱਡ ਦੇਣੀਆਂ ਚਾਹੀਦੀਆਂ ਤੇ ਉਹਨਾਂ ਦੀ ਜਿਹੜੀ ਵਾਜਬ ਮੰਗਾਂ, ਚਾਹੇ ਘੱਟੋ ਘੱਟ ਸਹਾਇਕ ਕੀਮਤ ਹੈ, ਦੂਜੀਆਂ ਮੰਗਾਂ ਪ੍ਰਵਾਨ ਕਰਨੀਆਂ ਚਾਹੀਦੀਆਂ। ਜੇ ਖਾਲੀ ਹੱਥ ਕਿਸਾਨ ਮੁੜਨਗੇ ਤਾਂ ਲੰਮੇ ਸਮੇਂ ਲਈ ਨਹੀਂ ਭੁੱਲ ਸਕਦੇ। ਇੰਨਾ ਹੀ ਨਹੀਂ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਮੁੜ ਕੇ ਇਹ ਗੱਲ ਕਹੀ ਹੈ ਕਿ ਸਰਕਾਰ ਤੇ ਕਿਸਾਨਾਂ ਵਿਚਕਾਰ ਗੱਲਬਾਤ ਹੋਣੀ ਚਾਹੀਦੀ ਹੈ। ਭਾਜਪਾ ਦੇ ਸੂਬਿਆਂ ਦੀ ਗੱਲ ਕਰਦੇ ਹਾਂ,
ਹਰਿਆਣਾ ਦੇ ਅੰਦਰ ਮੰਤਰੀਆਂ ਤੇ ਹਾਕਮ ਧਿਰ ਦੇ ਜਿਹੜੇ ਵਿਧਾਇਕ ਹੈ ਉਹਨਾਂ ਦੇ ਸਮਾਜਿਕ ਬਾਈਕਾਟ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ, ਬਾਈਕਾਟ ਕੀਤੇ ਜਾ ਰਹੇ ਹੈ। ਇਸ ਇੱਕ यूपी ਦੇ ਅੰਦਰ ਵੀ ਮਹਿਸੂਸ ਕੀਤਾ ਜਾ ਰਿਹਾ ਹੈ। ਹੁਣ ਜਿਹੜੀ ਸਭ ਤੋਂ ਤਾਜ਼ਾ ਖਬਰ ਠੰਡੇ ਸੂਬੇ ਹਿਮਾਚਲ ਦੇ ਵਿੱਚ ਵੀ ਕਿਸਾਨ ਅੰਦੋਲਨ ਕਾਰਨ ਜਿਹੜੀ ਬਰਫ਼ ਆ ਉਹ ਪਿਘਲਣ ਲੱਗੀ ਹੈ। ਹਿਮਾਚਲ ਦੇ ਜਿਹੜੇ ਸੇਬ ਉਤਪਾਦਕ ਹੈ ਉਹਨਾਂ ਨੇ ਕਿਹਾ ਹੈ ਕਿ ਘੱਟੋ ਘੱਟ ਸਹਾਇਕ ਕੀਮਤ ਸੇਬਾਂ ਦੀ ਤੇ ਮੱਕੀ ਦੀ ਤੈਅ ਹੋਣੀ ਚਾਹੀਦੀ ਹੈ। ਜਿੱਥੋਂ ਤੱਕ ਸਵਾਲ ਹੈ, ਦੇਸ਼ ਦੇ ਅੰਦਰ ਜਿਹੜੀਆਂ 5 ਵਿਧਾਨ ਸਭਾ ਦੀਆਂ ਚੋਣਾਂ ਹੈ, ਬੰਗਾਲ ਆਸਾਮ ਹੈ ਜਾਂ ਦੂਜੇ ਸੂਬੇ ਹੈ, ਉੱਥੇ ਦਾਅਵੇਦਾਰੀਆਂ ਆਪੋ ਆਪਣੀ ਜਗ੍ਹਾ ਤੇ ਕਾਇਮ ਨੇ, ਪਰ ਇਹ ਗੱਲ ਜ਼ਰੂਰ ਹੈ ਕਿ ਸੰਘਰਸ਼ ਦਾ ਅਸਰ ਇਹਨਾਂ ਸੂਬਿਆਂ ਦੇ ਅੰਦਰ ਵੀ ਪਹੁੰਚ ਰਿਹਾ ਹੈ। ਇਹਨਾਂ ਮਾਮਲਿਆਂ ਤੇ ਸਾਰਿਆਂ ਦੀ ਰਾਏ ਆਪੋ ਆਪਣੀ ਹੋਣੀ ਸੁਭਾਵਿਕ ਹੈ। ਮੇਰੇ ਨਾਲ ਪੈਨਲ ਤੇ ਚਰਚਾ ਸਰ ਜਿਹੜੇ ਕਦਾਵਾਰ ਮਹਿਮਾਨ ਜੁੜ ਚੁੱਕੇ ਹੈ, ਉਹਨਾਂ ਚੋਂ ਹਰਜੀਤ ਸਿੰਘ ਗਰੇਵਾਲ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ। ਇਸੇ ਤਰੀਕੇ ਨਾਲ ਸਿੰਘੂ ਬਾਰਡਰ ਤੋਂ ਸਾਡੇ ਨਾਲ ਬਲਦੇਵ ਸਿੰਘ ਸਿਰਸਾ ਜਿਹੜੇ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਨੇਤਾ ਨੇ। ਇਦਾਂ ਹੀ ਸਾਡੇ ਨਾਲ ਡਾਕਟਰ ਗੁਰਪ੍ਰੀਤ ਸਿੰਘ ਸੰਧੂ ਕਾਂਗਰਸ ਪਾਰਟੀ ਦੇ ਬੁਲਾਰੇ ਨੇ। ਪ੍ਰੋਫੈਸਰ ਮਨਜੀਤ ਸਿੰਘ ਰਾਸ਼ਟਰੀ ਵਿਸ਼ਲੇਸ਼ਕ ਦਾ ਹਾਨੀ ਪਰ ਹੁਣ ਕਿਸਾਨੀ ਮੁੱਦਿਆਂ ਤੇ ਵੀ ਸੰਯੁਕਤ ਮੋਰਚੇ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਆਗੂ। ਇਹਨਾਂ ਸਾਰੇ ਮਹਿਮਾਨਾਂ ਨੂੰ ਇਹਨਾਂ ਹੀ ਮੁੱਦਿਆਂ ਤੇ ਆਪਾਂ ਚਰਚਾ 'ਚ ਲਵਾਂਗੇ। ਗਰੇਵਾਲ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਹੀ ਲੈਣ ਲੱਗਿਆ ਹਾਂ। ਹਾਂਜੀ, ਜਿਸ ਤਰ੍ਹਾਂ ਦਾ ਇਹ ਮਾਮਲਾ ਉੱਭਰ ਕੇ ਸਾਹਮਣੇ ਆ ਰਿਹਾ ਹੈ, ਮੈਂ ਸ਼ੁਰੂ ਜਿਹੜੇ ਕਮੈਂਟ ਕੀਤੇ, ਜੇ ਆਪਾਂ ਮੇਘਾਲਿਆ ਦੇ ਰਾਜਪਾਲ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਵੀ ਕਿਹਾ ਹੈ ਕਿ ਦਮਨਕਾਰੀ ਨੀਤੀਆਂ ਛੱਡ ਕੇ ਕਿਸਾਨਾਂ ਦੀ ਗੱਲ ਮੰਨਣੀ ਚਾਹੀਦੀ ਹੈ, ਕਿਉਂਕਿ ਕਿਸਾਨ ਖਾਲੀ ਹੱਥ ਗਏ ਤਾਂ ਬਹੁਤ ਲੰਬਾ ਸਮਾਂ ਬੋਲ ਨਹੀਂ ਸਕਦੇ। ਰਾਜਨਾਥ ਦੀ ਗੱਲ ਕਰ ਲਈਏ, ਦੂਜੇ ਸੂਬਿਆਂ ਦੀ ਗੱਲ ਕਰ ਲਈਏ, ਇਹ ਜਿਹੜਾ ਭਾਜਪਾ ਦੇ ਅੰਦਰਲਾ ਸੇਕ ਹੈ, ਗਰੇਵਾਲ ਜੀ ਲੱਗਦਾ ਕਿਤੇ ਇਹ ਗੱਲ ਭਾਜਪਾ 'ਚ ਵੀ ਮਹਿਸੂਸ ਕੀਤੀ ਜਾ ਰਹੀ ਹੈ। ਇਹਨਾਂ ਮਾਮਲਿਆਂ ਤੇ ਕੋਈ ਨਾ ਕੋਈ ਸਾਰਥਕ ਡਾਇਲਾਗ ਹੋ ਕੇ ਮਾਮਲਾ ਨਿਬੜਨਾ ਚਾਹੀਦਾ ਹੈ। ਜੀ ਗਰੇਵਾਲ ਜੀ। ਪਹਿਲੀ ਗੱਲ ਤਾਂ ਜਗਤਾਰ ਜੀ ਮੈਂ ਇੱਕ ਚੀਜ਼ ਦੱਸਦਾ ਕਿ ਜਿਹੜੇ ਮਾਨਯੋਗ ਗਵਰਨਰ ਸਾਹਿਬ ਨੇ ਉਹ ਸਾਡੀ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਮੈਂਬਰ ਨਹੀਂ ਹੁੰਦੇ। ਉਹ ਆਪਣੇ ਸੂਬੇ ਦੇ ਸੰਵਿਧਾਨਕ ਪ੍ਰਮੁੱਖ ਨੇ ਔਰ ਰਾਸ਼ਟਰਪਤੀ ਜੀ ਦੇ ਨੁਮਾਇੰਦੇ ਨੇ। ਇਸ ਲਈ ਉਹਨਾਂ ਦੀ ਗੱਲ ਤੇ ਮੈਂ ਕੋਈ ਟਿੱਪਣੀ ਕਰਾਂ ਤੇ ਉਹ ਠੀਕ ਨਹੀਂ ਹੈਗਾ। ਔਰ ਦੂਸਰੇ ਪਾਸੇ ਜਿਹੜੀ ਗੱਲ ਰਾਜਨਾਥ ਸਿੰਘ ਜੀ ਦੀ ਕੀਤੀ ਜਾ ਰਹੀ ਹੈ, ਰਾਜਨਾਥ ਸਿੰਘ ਜੀ ਨੇ ਕੋਈ ਵੀ ਐਸੀ ਗੱਲ ਨਹੀਂ ਕਹੀ ਜੋ ਪਾਰਟੀ ਦੀ ਲਾਈਨ ਤੋਂ, ਪਾਰਟੀ ਦੇ ਦਾਇਰੇ ਤੋਂ ਬਾਹਰ ਹੋਵੇ। ਉਹ ਪ੍ਰਧਾਨ ਮੰਤਰੀ ਜੀ ਨੇ ਵੀ ਕਿਹਾ ਕਿ ਕਿਸਾਨ ਤੋਂ ਚਾਹਣ ਗੱਲ ਕਰ ਸਕਦੇ ਆ। ਉਹ ਅਸੀਂ ਸਾਰੇ ਕਹਿੰਦੇ ਹਾਂ ਕਿ ਜਦੋਂ ਚਾਹਣ ਗੱਲ ਕਰ ਸਕਦੇ, ਉਹੀ ਲਾਈਨ ਆ ਜੋ ਪ੍ਰਧਾਨ ਮੰਤਰੀ ਜੀ ਦੀ ਲਾਈਨ ਆ। ਔਰ ਕਿਸਾਨਾਂ ਦੀਆਂ ਲਗਭਗ ਅਸੀਂ ਸਾਰੀਆਂ ਗੱਲਾਂ ਮੰਨ ਲਈਆਂ ਨੇ। ਉਸ ਦੇ ਬਾਵਜੂਦ ਵੀ ਜਿਹੜੇ ਸੜਕਾਂ ਤੇ ਬੈਠੇ ਆ ਉਹ ਕਿਸਾਨ ਨੇ, ਉਹ ਬਹੁਤ ਪਰੇਸ਼ਾਨ ਹੋ ਕੇ ਗਏ ਹੋਏ ਆ। ਉਹ ਚਾਹੁੰਦੇ ਆ ਕਿ ਉਹਨਾਂ ਦੀਆਂ ਜ਼ਮੀਨਾਂ ਤੇ ਕਿਸੇ ਨੇ ਕਬਜ਼ਾ ਕਰ ਲੈਣਾ। ਉਹਨਾਂ ਨੂੰ ਇਹ ਸਮਝਾਤਾ ਤੇ ਨਾ ਕਿਸੇ ਨੇ ਕਬਜ਼ਾ ਕੀਤਾ ਤੇ ਨਾ ਕਰਨਾ, ਤੇ ਉਹ ਮਰਨ ਤੇ ਹੋ ਕੇ ਗਿਆ ਹੋਇਆ। ਤੇ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਦਾ ਆਪਣਾ ਤਰੀਕਾ ਗੱਲ ਕਰਨ ਦਾ, ਉਹ ਆਪਣੇ ਰਾਜਨੀਤਿਕ ਹਿੱਤ ਸਾਧ ਰਹੇ ਆ। ਹੁਣ ਮੈਂ ਸਮਝਦਾ ਕਿ ਪ੍ਰੋਫੈਸਰ ਮਨਜੀਤ ਸਿੰਘ ਜੀ ਵੀ ਬੈਠੇ ਆ, ਪਰ ਸਾਨੂੰ ਕੋਈ ਇਤਰਾਜ਼ ਨਹੀਂ ਕਿੱਥੇ ਜਾਂਦੇ ਆ। ਉੱਥੇ ਵੈਸਟ ਬੰਗਾਲ 'ਚ ਜਾਣ ਦਾ, ਉੱਥੇ ਕਿਸਾਨ ਦਾ ਕੀ ਹਿੱਤ ਠੀਕ ਸਾਧਿਆ ਜਾਏਗਾ। ਔਰ ਚਲੋ ਆਪਾਂ ਗਰੇਵਾਲ ਜੀ ਵੈਸਟ ਬੰਗਾਲ ਦੇ ਮੁੱਦੇ ਤੇ ਵੀ ਆਵਾਂਗੇ। ਆਪਾਂ ਵੈਸਟ ਬੰਗਾਲ ਦੇ ਮੁੱਦੇ ਤੇ ਵੀ ਆਵਾਂਗੇ। ਮੈਂ ਪਹਿਲਾਂ ਹੀ ਤੁਹਾਡਾ ਸਵਾਲ ਦਾ ਜਿਹੜਾ ਜਵਾਬ ਹੈ ਕਿਸਾਨੀ ਮੁੱਦੇ ਤੇ ਲੈਣਾ ਚਾਹੁੰਦਾ। ਆਪਾਂ ਪੱਛਮੀ ਬੰਗਾਲ ਦੇ ਮੁੱਦੇ ਤੇ ਵੱਖਰੇ ਤੌਰ ਤੇ ਆਉਂਦੇ ਹਾਂ, ਇਹ ਵੀ ਅਹਿਮ ਮਾਮਲਾ ਹੈ। ਸੱਸਾ ਜੀ, ਤੁਸੀਂ ਗਰੇਵਾਲ ਸਾਹਿਬ ਦੇ ਕਮੈਂਟ ਸੁਣੇ ਆ। ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕਿਸਾਨ ਹੈਗੇ ਆ ਉਹਨਾਂ ਦੇ ਮਾਮਲੇ ਤਾਂ ਅਲੱਗ ਹੈ, ਪਰ ਸੰਯੁਕਤ ਕਿਸਾਨ ਮੋਰਚੇ 'ਚ ਜਿਹੜੇ ਕਿਸਾਨ ਅਗਵਾਈ ਕਰ ਰਹੇ ਆ ਉਹ ਰਾਜਨੀਤੀ ਕਰ ਰਹੇ ਆ। ਜਿੱਥੋਂ ਤੱਕ ਸਵਾਲ ਹੈ ਭਾਜਪਾ ਆਗੂਆਂ ਦਾ, ਚਾਹੇ ਗਵਰਨਰ ਆ ਚਾਹੇ ਦੂਜੇ ਹੈ, ਉਹਨਾਂ ਦੀ ਸਾਰਿਆਂ ਦੀ ਇੱਕੋ ਹੀ ਬੋਲੀ ਆ। ਕੋਈ ਵਖਰੇਵਾਂ ਨਹੀਂ ਗਾ। ਇਹਨਾਂ ਮੁੱਦਿਆਂ ਤੇ ਸੋਧਾਂ ਹੋ ਸਕਦੀਆਂ ਪਰ ਰੱਦ ਨਹੀਂ ਹੋਣਗੇ। ਕਿਸਾਨ ਨੇਤਾ ਇਸ ਤੇ ਕਰ ਰਿਹਾ ਰਾਜਨੀਤੀ। ਜੀ ਸਰਸਾ ਜੀ। ਜੀ ਦੇਖੋ, ਮੈਂ ਇੱਕ ਬੇਨਤੀ ਕਰਾਂ ਤੁਹਾਨੂੰ ਕਿ ਇਸ ਗਰੇਵਾਲ ਨੂੰ ਇਹ ਸਾਰੇ ਰਾਜਨੀਤਿਕ ਹੀ ਦਿਸ ਰਹੇ ਨੇ। ਜਿੰਨੇ ਕਿਸਾਨ ਅੱਜ ਧਰਨਿਆਂ ਤੇ ਬੈਠੇ ਨੇ, ਕੀ ਉਹ ਸਾਰੇ ਦੇਸ਼ ਸਮਝ ਰਹੇ? ਮੈਂ ਇਹ ਪੁੱਛਣਾ ਚਾਹੁੰਦਾ ਇਹਨਾਂ ਤੋਂ ਕਿ ਪੰਜਾਬ 'ਚ ਜਿੰਨੇ ਟੋਲ ਪਲਾਜ਼ੇ, ਜਿੰਨੇ ਮਾਲ, ਜਿੰਨੇ ਵੀ ਰਿਲਾਇੰਸ ਕੰਪਨੀਆਂ ਦੇ ਪੰਪ ਜਾਂ ਹੋਰ ਜਿੰਨੇ ਵੀ ਬੈਠੇ ਨੇ, ਔਰ ਰੇਲਵੇ ਟਰੈਕਾਂ ਤੇ 2 ਮਹੀਨੇ ਬੈਠੇ ਰਹੇ, 3.5 ਮਹੀਨੇ ਤੋਂ ਉੱਤੇ ਸਾਨੂੰ ਦਿੱਲੀ ਦੇ 4 ਸਫੇਰੇ ਬਾਰਡਰਾਂ ਤੇ ਹੋ ਗਿਆ। ਅਤੇ
ਇਸੇ ਤਰ੍ਹਾਂ 300 ਤੋਂ ਵੱਧ ਸਾਡਾ ਕਿਸਾਨ ਜਿਹੜਾ ਉਹ ਇਸ ਕਿਸਾਨ ਮੋਰਚੇ ਦੀ ਕੁਰਬਾਨੀ ਦੇ ਚੁੱਕਾ ਇਹਦੇ ਸੰਬੰਧ 'ਚ। ਅਤੇ ਨਵਰੀਤ ਜਿਹੜਾ ਲੜਕਾ ਨੌਜਵਾਨ ਉਹਦਾ ਜਿਹੜਾ ਦਾਦਾ ਪੜ੍ਹਿਆ ਲਿਖਿਆ ਹੈ ਕਿ ਸਾਰੇ ਬੇਸਮਝ ਇਹ ਗਰੇਵਾਲ ਹੀ ਇਕੱਲਾ ਸਮਝਦਾਰ ਹੈ ਜਿਹੜਾ ਸਾਨੂੰ ਰਾਜਨੀਤਿਕ ਦੱਸ ਰਿਹਾ ਹੈ। ਇਹ ਪਹਿਲਾਂ ਤਾਂ ਸਾਨੂੰ ਕਿਸਾਨ ਹੀ ਨਹੀਂ ਸੀ ਮੰਨਦੇ, ਹੁਣ ਕਹਿੰਦੇ ਆ ਇਹ ਕਿਸਾਨ ਰਾਜਨੀਤੀ ਕਰ ਰਹੇ ਆ। ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਆ ਜਾਓ ਮੇਰੇ ਨਾਲ, ਇੱਕ ਬੰਦੇ ਕੋਲ ਆਪਾਂ ਚੱਲਦੇ ਆ। ਕਿਹੜੇ ਬੰਦੇ ਰਾਜਨੀਤਿਕ ਨੇ? ਜਗਜੀਤ ਸਿੰਘ ਡੱਲੇਵਾਲ ਜਾਂ ਜਿੰਨੇ ਵੀ ਕਾਦੀਆਂ ਵਰਗੇ ਹੁਣ ਤੱਕ ਮੇਰੇ ਨਾਲ ਹੀ ਆ ਜਾਓ। ਬਲਦੇਵ ਸਿੰਘ ਸਰਤਾ ਜਿਹੜਾ ਉਹ ਕਿਹੜੀ ਰਾਜਨੀਤਿਕ ਪਾਰਟੀ ਦੇ ਨਾਲ ਜੁੜਿਆ ਹੋਇਆ? ਇਹਨਾਂ ਲੋਕਾਂ ਨੂੰ ਸਮਝ ਆਉਣੀ ਚਾਹੀਦੀ ਆ। ਪਰ ਇਹ ਜਿਹੜੇ ਲੋਕ ਇਹ ਸਾਨੂੰ ਕਿਸਾਨਾਂ ਨੂੰ ਇਹ ਪਹਿਲਾਂ ਕਿਸਾਨ ਨਹੀਂ ਮੰਨਿਆ, ਇਹ ਮੈਂ ਕਹੂੰਗਾ ਸਾਨੂੰ ਇਨਸਾਨ ਵੀ ਨਹੀਂ ਮੰਨ ਰਿਹਾ। ਔਰ ਅੱਜ ਸਾਡਾ ਅਰਬਾਂ ਰੁਪਇਆ ਜਿਹੜਾ ਉਹ ਸਾਡਾ ਇਹ ਖਰਚਾ ਲੱਗ ਗਿਆ, ਨਜਾਇਜ਼ ਖਰਚੇ ਸਾਡੇ ਲਵਾ ਰਹੇ ਨੇ ਅਤੇ ਅਸੀਂ ਸੜਕਾਂ ਦੇ ਉੱਤੇ ਧੂੜਾ ਪੱਕ ਰਹੇ ਹਾਂ। ਅਤੇ ਇਹ ਸਾਨੂੰ ਤੇ ਰਾਜਨੀਤਿਕ ਕਿਸ ਤਰ੍ਹਾਂ ਦੇ ਬੰਦੇ ਨੇ ਕਿ ਇਹ ਰਾਜਨੀਤੀ ਆ ਕਿ ਅੱਜ ਗੱਲ ਕਰ ਲਓ ਸਵੇਰੇ ਮੁੱਕਰ ਜਾਓ, ਸਵੇਰੇ ਗੱਲ ਕਰੋ ਸ਼ਾਮ ਨੂੰ ਮੁੱਕਰ ਜਾਓ। ਇਹ ਰਾਜਨੀਤੀ ਹੈ ਨਾ ਲੋਕਾਂ ਦੀ। ਸੋ ਇਹ ਬੰਦੇ ਮੈਂ ਕਹੂੰਗਾ ਰਾਜਨੀਤੀ ਤੇ ਲੋਕ ਕਹਾਉਣ ਦੇ ਰਾਜਨੀਤੀ ਤੋਂ ਚਾਹੀਦੀ ਜਿਹੜੀ ਸੱਚੀ ਸੁੱਚੀ ਹੋਵੇ, ਲੋਕਾਂ ਨੂੰ ਚੰਗਾ ਰਾਜ ਤੇ ਚੰਗਾ ਪ੍ਰਸ਼ਾਸਨ ਦੇਵੇ। ਪਰ ਇਹ ਲੋਕ ਜੀ ਲੋਕਾਂ ਦੀਆਂ ਜੇਬਾਂ ਕੱਟਣ ਵਾਲੇ ਬੇਈਮਾਨ ਡਾਕਟਰ ਸੰਧੂ ਮਾਨ ਬੇਕਦਰੇ ਲੋਕ ਤੇ ਝੂਠ ਬੋਲਣ ਵਾਲੇ ਲੋਕ ਨੇ। ਓਕੇ ਸਿਸਾ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਡਾਕਟਰ ਸੰਧੂ, ਇਸ ਮੁੱਦੇ ਤੇ ਕੀ ਕਮੈਂਟਸ ਕਰੋਗੇ? ਖਾਸ ਤੌਰ ਤੇ ਜਦੋਂ ਆਪਾਂ ਗਵਰਨਰ ਦੀ ਗੱਲ ਕਰਦੇ ਹਾਂ, ਮੇਘਾਲਿਆ ਦੇ ਗਵਰਨਰ ਜਿਹੜੇ ਕਿ ਇਕੱਲੇ ਮੇਘਾਲਿਆ ਦੇ ਗਵਰਨਰ ਨਹੀਂ ਰਹੇ, ਉਹ ਯੂਪੀ ਨਾਲ ਸੰਬੰਧਿਤ ਨੇ, ਪਾਰਲੀਮੈਂਟ ਮੈਂਬਰ ਰਹੇ ਹੈ, ਚੰਗਾ ਰਾਜਸੀ ਕੱਦ ਰੱਖਦੇ ਹੈ ਔਰ ਪਹਿਲਾਂ ਵੀ ਇਦਾਂ ਦੀਆਂ ਟਿੱਪਣੀਆਂ ਉਹਨਾਂ ਨੇ ਵੀ ਟਿੱਪਣੀ ਕੀਤੀ ਹੈ ਇਸ ਮੁੱਦੇ ਦੇ ਉੱਤੇ ਕਿ ਇਦਾਂ ਕਿਸਾਨਾਂ ਦੇ ਨਾਲ ਜਿਹੜਾ ਹੈਗਾ ਦੁਰਵਿਵਹਾਰ ਨਹੀਂ ਕਰਨਾ ਚਾਹੀਦਾ। ਦੇਖੋ ਜਿੱਥੋਂ ਤੱਕ ਤਾਂ ਹੈਗਾ ਜੀ ਗਰੇਵਾਲ ਸਾਹਿਬ ਦਾ ਤਲਕ ਤੇ ਭਾਜਪਾ ਦਾ ਤਲਕ, ਇਹ ਤਾਂ ਇਹਨਾਂ ਦਾ ਤਾਂ ਕੰਮ ਹੀ ਸਿੱਧਾ ਜਿਹਾ, ਜਦੋਂ ਕੋਈ ਬੰਦਾ ਜ਼ਮੀਰ ਵਿਖਾਉਂਦਾ ਹੈ ਇਹਨਾਂ ਦੇ ਉੱਥੇ ਤੇ ਇਹਨਾਂ ਨੂੰ ਉਦੋਂ ਹੀ ਭਾਜੜ ਪੈ ਜਾਂਦੀ ਹੈ ਕਿ ਕਿੱਥੋਂ ਜੰਮ ਪਿਆ ਸਾਡੇ 'ਚ। ਇਹ ਬੇਜ਼ਮੀਰੇ ਲੋਕ ਨੇ, ਮਰੀਆਂ ਜ਼ਮੀਰਾਂ ਵਾਲੇ। ਜੇ ਗਵਰਨਰ ਨੇ ਕਹਿਤਾ ਵੀ ਭਾਈ ਦਮਨ ਨਾ ਕਰੋ ਕਿਸਾਨਾਂ ਦਾ, ਤੇ ਇਹਨਾਂ ਨੇ ਗਵਰਨਰ ਨੂੰ ਪਾਰਟੀ 'ਚੋਂ ਕੱਢ ਕੇ, ਤੇ ਗਵਰਨਰ ਤਾਂ ਜਿਹੜਾ ਹੈ ਨਾ ਪ੍ਰੈਜ਼ੀਡੈਂਟ ਦਾ ਨੁਮਾਇੰਦਾ ਹੁੰਦਾ ਹੈ। ਇਹਨਾਂ ਨੂੰ ਇਕੱਲਿਆਂ ਨੂੰ ਪਤਾ, ਬਾਕੀਆਂ ਨੂੰ ਪਤਾ ਹੀ ਵਿੱਚ ਗਵਰਨਰ ਨੂੰ ਸ਼ਾਇਦ ਨਾ ਪਤਾ ਹੋਵੇ ਵਿਚਾਰੇ ਨੂੰ ਮੈਂ ਕਾਹਦਾ ਨੁਮਾਇੰਦਾ। ਤੇ ਜੇ ਗਵਰਨਰੀ ਤੋਂ ਕੱਲ੍ਹ ਨੂੰ ਹਟ ਜਾਊਗਾ ਫਿਰ ਇਹ ਉਹਨੂੰ ਵਾਪਸ ਕਰ ਲੈਣਗੇ ਆਪਦੀ ਪਾਰਟੀ। ਜਿਨ੍ਹਾਂ ਦੀ ਮਾਨਸਿਕਤਾ ਹੈ, ਮੈਂ ਹਰਜੀਤ ਸਿੰਘ ਗਰੇਵਾਲ ਨੂੰ ਸਵਾਲ ਕੀਤਾ ਸੀਗਾ ਕਿ ਤੈਨੂੰ ਸਿੱਖੀ ਪਿਆਰੀ ਹੈ ਕਿ RSS? ਤੈਨੇ ਕਿਹਾ ਸੀ ਮੈਨੂੰ RSS ਪਿਆਰੀ ਹੈ। ਤੇ ਜਿਹੜੇ ਬੰਦੇ ਇਹ ਇੰਨੀ ਇਹ ਜ਼ਮੀਰ ਵਾਲੇ ਹੈ ਵੀ ਇਹਨਾਂ ਨੂੰ ਸਵਾਏ ਅੱਖਾਂ ਮੀਚ ਕੇ ਤੇ ਮੋਦੀ ਕਰਨ ਤੋਂ ਵਿਹਲ ਨਹੀਂ, ਇਹਨਾਂ ਦਾ ਦਿਮਾਗੀ ਹਾਲਤ ਜਿਹੜੀ ਹੈ ਸੰਤੁਲਨ ਵਿਗੜਿਆ ਹੋਇਆ। ਇਹਨਾਂ ਦੇ ਸਿਰਫ ਇੱਕ ਕੰਡਾ ਅੜਿਆ ਹੋਇਆ ਵੀ ਜੋ ਮੋਦੀ ਜੀ ਕਹਿਣਗੇ, ਮੋਦੀ ਸਾਡਾ ਰੱਬ ਹੈ, ਮੋਦੀ ਸਾਡਾ ਗੁਰੂ ਹੈ, ਮੋਦੀ ਸਾਡਾ ਸਭ ਕੁਝ ਹੈ, ਜੋ ਕਹਿੰਦਾ ਉਹ ਪੱਥਰ ਤੇ ਲਕੀਰ ਹੈ। ਇਹਨਾਂ ਨੂੰ ਇਹ ਪੁੱਛੋ, ਇਹ ਆਪ ਨੂੰ ਕਿਸਾਨ ਕਹਿੰਦੇ ਆ, ਇਹ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਸਾਰੀ ਪਾਰਟੀ ਨੂੰ, ਖਾਸ ਕਰਕੇ ਤੁਹਾਨੂੰ ਗਰੇਵਾਲ ਸਾਹਿਬ ਜੋ ਪੰਜਾਬ ਦੇ ਹੈ, ਜੋ ਪੰਜਾਬ ਦੇ ਆਪ ਨੂੰ ਸਿੱਖ ਕਹਾਉਣੇ, ਹਾਲਾਂਕਿ ਤੁਸੀਂ ਹੈ ਨਹੀਂ ਗੇ। ਪਰ ਚਲੋ ਆਪਾਂ ਮੁੱਦੇ ਤੇ ਵੀ ਸ਼ਰਮ ਨਹੀਂ, ਕਿਸਾਨ ਮਰਦਾ। ਆਪਾਂ ਮੁੱਦੇ ਤੇ ਡਾਕਟਰ ਸਾਹਿਬ ਮੁੱਦੇ ਤੇ ਗੱਲ ਕਰੀਏ। ਮੈਂ ਕਹਿੰਦਾ ਮੈਂ ਮੁੱਦੇ ਤੇ ਆ ਰਿਹਾ, ਕਿਸਾਨ ਮਰ ਰਿਹਾ ਰੋਜ਼। ਆ ਸਰਸਾ ਜੀ ਨੂੰ ਕਹਿ ਰਿਹਾ ਨਾ ਰਾਜਨੀਤਿਕ ਹੈ ਇਹ, ਜੇ ਹੋਰ ਨਾ ਕੁਛ ਹੋਇਆ ਤਾਂ ਕਹਿ ਦੂਗਾ ਵੀ ਇਹ ਕਾਮਰੇਡ ਹੈ। ਇਹਨਾਂ ਕੋਲ ਇੱਕ ਵਧੀਆ ਹੈਗਾ ਕਾਮਰੇਡ, ਉਹਦੇ ਸਾਰਿਆਂ ਨੂੰ ਲਪੇਟ ਲੈਂਦਾ। ਇਹ ਅਰਬਨ ਨੈਕਸਲਾਈਟ ਹੈ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਗੀ, ਇਹ ਆ ਕੇ ਟੀਵੀ ਤੇ ਬਹਿ ਜਾਂਦੇ ਆ ਔਰ ਐਡੇ ਮਤਲਬ ਐਡਾ ਢੀਠਪਣਾ ਕਿਸਾਨਾਂ ਦੇ ਹੱਕ 'ਚ ਲਫ਼ਜ਼ ਨਹੀਂ। 300 ਕਿਸਾਨ ਮਰ ਗਿਆ, ਇੱਕ ਵੀ ਸਹਾਰੂਪੀਤ ਦਾ ਲਫ਼ਜ਼ ਇਹਨਾਂ ਦੇ ਮੂੰਹ ਚੋਂ ਨਹੀਂ ਨਿਕਲਿਆ ਅਜੇ ਵੀ। ਵਾਪਸ ਨਹੀਂ ਹੋਗੇ ਮੈਨੂੰ ਹੁਣ ਵਾਪਸ। ਓਕੇ, ਥੈਂਕ ਯੂ ਡਾਕਟਰ ਸੰਧੂ। ਤੁਹਾਨੂੰ ਚੱਕੀ ਕਰਿਓ, ਤੁਹਾਨੂੰ ਵਾਪਸ ਕਰਕੇ ਦਿਖਾਵਾਂਗੇ। ਤੁਹਾਡੇ ਜਜ਼ਬਾਤ ਆ, ਤੁਹਾਡੀ ਗੱਲਬਾਤ ਆ ਗਏ, ਤੁਹਾਡੇ ਕਮੈਂਟਸ ਆ ਗਏ। ਪ੍ਰੋਫੈਸਰ ਮਨਜੀਤ ਸਿੰਘ ਤੁਸੀਂ ਲੰਬੇ ਸਮੇਂ ਤੋਂ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਹੋਏ ਹੋ। ਜਿਹੜਾ ਰੱਖਿਆ ਮੰਤਰੀ ਰਾਜਨਾਥ ਦਾ ਕਹਿਣਾ ਹੈ ਕਿ ਵੀ ਅਸੀਂ ਇਸ ਮੁੱਦੇ ਤੇ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ, ਮਸਲਾ ਗੱਲਬਾਤ ਨਾਲ ਹੀ ਨਿਬੜੇਗਾ। ਗਵਰਨਰ ਦੇ ਕਮੈਂਟਸ ਮੈਂ ਦੱਸੇ ਹੀ ਆ ਤੁਹਾਨੂੰ ਕਿ ਉਹਨੇ ਕਿਹਾ ਕਿ ਕਿਸਾਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ, ਪਰ ਭਾਜਪਾ ਕਹਿ ਰਹੀ ਹੈ ਕਿ ਅਸੀਂ ਸੋਧ ਕਰਨ ਦੇ ਲਈ ਤਿਆਰ ਹੈ। ਇਹਨਾਂ ਮੁੱਦਿਆਂ ਤੇ ਰਾਜਨੀਤੀ ਕਰ ਰਹੀਆਂ ਕਿਸਾਨ ਜਥੇਬੰਦੀਆਂ। ਦੇਖੋ ਜੀ ਪ੍ਰੋਫੈਸਰ ਮਨਜੀਤ ਸਿੰਘ ਜੀ, ਜਿਹੜਾ ਗਰੇਵਾਲ ਜੀ ਦਾ ਜਿਹੜਾ ਸਟੈਂਡ ਹੈਗਾ ਉਹ ਬੜਾ ਫਾਰਮਲ ਜਿਹਾ ਹੈਗਾ ਕਿ ਦੇਖੋ ਜੀ ਉਹਨਾਂ ਤੇ ਨਵੀਂ ਗੱਲ ਕੋਈ ਨਹੀਂ ਕਹੀ, ਹੋਰ ਕਿਸੇ ਗਵਰਨਰ ਨੇ ਜੀ ਕਿਉਂ ਨਹੀਂ ਕਹਿ ਦਿੱਤਾ।
ਇਹ ਉਹੀ ਗਵਰਨਰ ਆ ਜਿਹੜੇ ਜੰਮੂ ਕਸ਼ਮੀਰ ਦੇ ਗਵਰਨਰ ਹੁੰਦੇ ਸੀ, ਫਿਰ ਮੇਘਾਲਿਆ ਚ ਲਾਏ। ਥੋੜ੍ਹਾ ਜਿਹਾ ਦਰਦ ਵੀ ਹੋਊਗਾ ਕਿ ਐਡੀ ਵੱਡੀ ਸਟੇਟ 'ਤੇ ਲਿਆ ਕੇ ਮੈਨੂੰ ਕਾਰਨਰ ਕਰਕੇ ਉੱਥੇ ਖਾਸੀ ਗਾਰੋ ਜਿਹੜੇ ਟਰਾਈਬਸ ਆ ਉਹਨਾਂ ਦੇ ਉੱਥੇ ਰੱਖ ਦਿੱਤਾ। ਉਹ ਇੱਕ ਆਪਣੇ ਤੌਰ 'ਤੇ ਉਹਦੇ ਜੇ ਤੁਸੀਂ ਜਾਓ ਮੇਘਾਲਿਆ 'ਚ ਤੁਹਾਨੂੰ ਪੁੱਛਦੇ ਆ ਕਿ ਹੈਵ ਯੂ ਕਮ ਫਰਮ ਇੰਡੀਆ, ਆਰ ਯੂ ਇੰਡੀਅਨਸ। ਮੈਂ ਉੱਥੇ ਖੁਦ ਇਸ ਗੱਲ ਦਾ ਝੱਲ ਚੁੱਕਾ, ਦੇਖ ਚੁੱਕਾ ਆ। ਅਤੇ ਉਹ ਜਦੋਂ ਉੱਥੇ ਉਹਨਾਂ ਨੂੰ ਭੇਜਿਆ ਤਾਂ ਕੁਦਰਤੀ ਉਹ ਕਹਿ ਰਹੇ ਆ ਵੀ ਫਿਰ ਹੁਣ ਆਪਾਂ ਵੀ ਮਾੜੀ ਜਿਹੀ ਗੱਲ ਕਰ ਲਈਏ, ਕੀ ਹਾਲ ਆ, ਕੀ ਫਰਕ ਪੈਂਦਾ ਬਹੁਤਾ। ਅਤੇ ਉਹਨਾਂ ਨੇ ਚੰਗਾ ਕੀਤਾ ਜਿਹੜੀ ਗੁਹਾਰ ਕਿਸਾਨਾਂ ਦੇ ਹੱਕ 'ਚ ਲਾਈ ਹੈ। ਉਹਨਾਂ ਨੂੰ ਉਹਦਾ ਕੱਲ੍ਹ ਨੂੰ ਡਿਵੀਡੈਂਡ ਵੀ ਮਿਲੂਗਾ। ਕਿਸਾਨ ਉਹਨਾਂ ਨੂੰ ਥੋੜ੍ਹਾ ਜਿਹਾ ਉਸ ਗੱਲ ਦਾ ਬਿਲਕੁਲ ਉਹਦੇ ਇਵਜ਼ ਦੇ ਵਿੱਚ ਕੁਛ ਨਾ ਕੁਛ ਕਦੀ ਨਾ ਕਦੀ ਉਹਨਾਂ ਨੂੰ ਜ਼ਰੂਰ ਮਿਲੂਗਾ, ਰਾਜਨੀਤਿਕ ਲਾਹਾ ਮਿਲੂਗਾ। ਇਹ ਚੰਗੀ ਗੱਲ ਹੈਗੀ, ਇਹ ਕਹਿਣਾ ਵੀ ਚਾਹੀਦਾ ਹੈ। ਜਿੱਥੇ ਤੱਕ ਰਾਜਨਾਥ ਸਿੰਘ ਦਾ, ਉਹ ਮੈਨੂੰ ਲੱਗਦਾ ਜ਼ਿਆਦਾ ਪੋਲੀਟੀਕਲ ਹੈਗਾ ਕਿ ਇਹ ਬਹੁਤ ਸਾਰੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਇੱਥੇ ਬੀਜੇਪੀ ਦੇ ਇਹੋ ਜਿਹੇ ਸਪੋਕਸਮੈਨ ਹੈਗੇ ਆ ਜਿਹੜੇ ਇਹ ਕਹਿ ਰਹੇ ਆ ਕਿ ਜਦ ਤੱਕ ਇਹ ਤ੍ਰਿਕੜੀ ਜਿਹੜੀ ਹੋਣ ਆ ਪੀਯੂਸ਼ ਗੋਇਲ ਅਤੇ ਨਰਿੰਦਰ ਤੋਮਰ ਔਰ ਜਿਹੜਾ ਨਾਲ ਹੀ ਉਹਦੇ ਦੂਸਰੇ ਹੈਗੇ ਆ ਸਾਡੇ ਉਹ ਸੋਮ ਪ੍ਰਕਾਸ਼, ਜਦ ਤੱਕ ਇਹ ਬੈਠੇ ਆ ਕੁਛ ਨਹੀਂ ਹੋ ਸਕਦਾ। ਉਹਨਾਂ ਦਾ ਕਹਿਣਾ ਇਹ ਹੈਗਾ। ਔਰ ਉਹ ਜਿਹੜੇ ਬੀਜੇਪੀ ਦੇ ਸਪੋਕਸਮੈਨ ਉਹ ਇਹ ਕਹਿੰਦੇ ਆ ਕਿ ਜਦ ਤੱਕ ਰਾਜਨਾਥ ਸਿੰਘ ਤੇ ਗਡਕਰੀ ਵਰਗੇ ਬੰਦੇ ਅੱਗੇ ਨਹੀਂ ਆਉਂਦੇ ਉਦੋਂ ਤੱਕ ਇੱਥੇ ਕੋਈ ਕਿਸਾਨਾਂ ਦਾ ਹੱਲ ਨਹੀਂ, ਕਿਉਂਕਿ ਜਿਹੜੇ ਹੋਣ ਵਾਲੇ ਤਿੰਨੇ ਮਿਨਿਸਟਰ ਸਾਹਿਬਾਨ ਨੈਗੋਸੀਏਸ਼ਨ 'ਚ ਬਹਿੰਦੇ ਆ, 11 ਵਾਰੀ ਬੈਠ ਗਏ, 0 ਦਾ 0, 1 ਨੰਬਰ ਨਹੀਂ ਉਹਨਾਂ ਨੂੰ ਦਿੱਤਾ ਜਾ ਸਕਦਾ। ਟਾਈਮ ਵੇਸਟ ਕੀਤਾ ਉਹਨਾਂ ਨੇ, ਕਦੀ ਉੱਪਰ ਕਦੀ ਥੱਲੇ, ਕਦੀ ਉੱਪਰ ਕਦੀ ਥੱਲੇ, ਅਤੇ ਅਲਟੀਮੇਟਲੀ ਕਹਿ ਦਿੱਤਾ ਕਿ ਜਾਓ। 22 ਤਰੀਕ ਨੂੰ 22 ਜਨਵਰੀ ਨੂੰ ਕਹਿ ਦਿੱਤਾ, ਉਦੋਂ ਬਾਅਦ ਹੁਣ ਤੱਕ ਕੁਛ ਨਹੀਂ ਹੋਇਆ। ਇਸ ਕਰਕੇ ਇਹਨਾਂ ਹਾਲਾਤਾਂ 'ਚ ਜਦੋਂ ਇੰਨਾ ਜਮੂਦ ਬਣਿਆ ਹੋਇਆ, ਇੰਨਾ ਸਟੇਲਮੇਟ ਬਣਿਆ ਹੋਇਆ, ਜਿਹੜਾ ਰਾਜਨਾਥ ਦਾ ਇਹ ਬਿਆਨ ਹੋਣਾ ਇਹ ਬਹੁਤ ਹੀ ਮੀਨਿੰਗਫੁਲ ਹੈ। ਉਹ ਐਵੇਂ ਬਿਆਨ ਨਹੀਂ ਹੈ। ਮੇਰਾ ਖਿਆਲ ਕਿ ਆਪਾਂ ਨੂੰ ਸਮਝਣਾ ਚਾਹੀਦਾ ਕਿ ਅੰਦਰ ਵੀ ਜਿਹੜੀ ਬੀਜੇਪੀ ਦੀ ਪਾਰਟੀ ਆ ਉਹਨਾਂ ਦੇ ਰੈਂਕਸ ਵਿੱਚ ਵੀ ਇਸ ਗੱਲ ਨੂੰ ਮਹਿਸੂਸ ਕੀਤਾ ਜਾਂਦਾ ਕਿ ਸਾਨੂੰ ਖਾਸਾ ਗਹਿਰਾ ਕਸਾਰਾ ਅਤੇ ਚੋਟ ਲੱਗ ਰਹੀ ਹੈ। ਔਰ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਜੀ ਆਪਣੀ ਅੜੀ ਦੇ ਉੱਤੇ ਆ, ਦੇਖਣ ਨੂੰ ਉਹ ਹੋਰ ਦਾੜੀ ਵਧਾ ਕੇ ਸਾਧੂ ਬਣੀ ਜਾ ਰਹੇ ਆ, ਪਰ ਜਿਹੜਾ ਕੰਮ ਆ ਉਹ ਜਿਹੜਾ ਦੂਜਾ ਕੰਮ ਹੈਗਾ। ਹਾਂਜੀ, ਜਿਹੜਾ ਕੰਮ ਅਸਲ ਮਾਨਿਆਂ ਵਿੱਚ ਉਹ ਕਾਰਪੋਰੇਟਾਂ ਦੀ ਬੋਲੀ ਬੋਲਣਾ, ਉਹਨਾਂ ਦੀ ਸੇਵਾ ਕਰਨਾ, WTO ਤੇ ਵਰਲਡ ਬੈਂਕ ਤੇ IMF ਦੀ ਭਾਸ਼ਾ ਬੋਲਣਾ, ਉਹਨਾਂ ਦੇ ਹਿੱਤਾਂ ਵਿੱਚ ਕੰਮ ਕਰ ਰਹੇ ਆ। ਅਤੇ ਆਪਣੇ ਦੇਸ਼ ਦੇ ਵਿਰੋਧੀ ਜਿਹੜਾ ਕਿਸਾਨ ਮਜ਼ਦੂਰ ਦੇ ਵਿਰੋਧ ਕਰਦਾ, ਮੈਂ ਉਹ ਕਹਿੰਦਾ ਕਿ ਕਦੀ ਦੇਸ਼ ਭਗਤੀ ਨਹੀਂ, ਉਹ ਦੇਸ਼ ਦੇ ਵਿਰੋਧੀ ਕੰਮ ਸਾਰਾ ਹੈਗਾ। ਉਹ ਪ੍ਰਧਾਨ ਮੰਤਰੀ ਧੜੱਲੇ ਨਾਲ 56 ਇੰਚ ਦਾ ਸੀਨਾ ਫੈਲਾ ਕੇ ਕਰ ਰਹੇ ਆ। ਔਰ ਇਸ ਹਾਲਾਤ ਵਿੱਚ ਜੇ ਆਪਾਂ ਨੂੰ ਰਾਜਨਾਥ ਸਿੰਘ ਦਾ ਜਿਹੜਾ ਬਿਆਨ ਆਉਂਦਾ, ਕੱਲ੍ਹ ਨੂੰ ਗਡਕਰੀ ਦਾ ਵੀ ਇੱਕ ਅੱਧਾ ਜੇ ਇਹੋ ਜਿਹਾ ਬਿਆਨ ਆ ਜਾਏ, ਤੇ ਇਹ ਹੋ ਸਕਦਾ ਕਿ ਪ੍ਰਧਾਨ ਮੰਤਰੀ ਨੂੰ ਆਪਣੀ ਗੱਦੀ ਤੋਂ ਉਰਾਂ ਪਰਾਂ ਹੋਣਾ ਪਵੇ। ਇਹ ਅੰਦਰ ਖਾਸਾ ਹੀ ਗੁੱਬ ਗਵਾਰ ਚੱਲ ਰਿਹਾ, ਕਿਉਂਕਿ ਮੈਂ ਦੇਖ ਰਿਹਾ ਚਾਰੇ ਪਾਸੇ, ਜਿਸ ਤਰ੍ਹਾਂ ਤੁਸੀਂ ਹਿਮਾਚਲ ਦਾ ਨਾਂ ਲਿਆ, ਇਹ ਈਵਨ ਉੱਤਰਾਂਚਲ, ਜੰਮੂ ਕਸ਼ਮੀਰ 'ਚ ਮੈਨੂੰ ਫੋਨ ਆਇਆ ਕਿ ਮੈਨੂੰ ਕਿਸੇ ਦਾ ਆਇਆ ਕਿ ਮੈਂ ਇੱਥੇ ਕਿਸਾਨਾਂ ਦੀ ਪ੍ਰੋਟੈਸਟ ਆਰਗੇਨਾਈਜ਼ ਕਰ ਰਿਹਾ, ਤੁਸੀਂ ਮੇਰੇ ਕੋਲ ਆਓ ਇੱਥੇ ਫਲਾਨੀ ਜਗ੍ਹਾ। ਅਤੇ ਜਾਣੀ ਆਪ ਮਹਾਰੇ, ਜਿਸ ਤਰ੍ਹਾਂ ਦੇਸ਼ ਦੀ ਆਜ਼ਾਦੀ ਦਾ ਰੰਗ ਬਦਲਿਆ ਸੀਗਾ ਅਤੇ ਉਹ ਲੋਕ ਆਪ ਮਹਾਰੇ ਵੱਡੇ ਪੱਧਰ 'ਤੇ ਚਾਰੇ ਪਾਸੇ ਫੈਲੇ ਸੀਗੇ, ਉਸੇ ਤਰੀਕੇ ਨਾਲ ਹੁਣ ਪੂਰੇ ਦੇਸ਼ ਦੇ ਵਿੱਚ, ਪੂਰੇ ਖਾਸ ਕਰਕੇ ਰੂਰਲ ਏਰੀਏ ਦੇ ਵਿੱਚ ਬਹੁਤ ਵੱਡਾ ਮਾਹੌਲ ਬਣਿਆ, ਅਤੇ ਅਰਬਨ ਏਰੀਏ 'ਚ ਵੀ ਚੰਡੀਗੜ੍ਹ ਵਰਗੇ 'ਚ ਦੇਖੋ ਕਿੰਨਾ ਵੱਡਾ ਮਾਹੌਲ ਬਣਿਆ। ਜੇ ਆਪਾਂ ਇਸ ਮਾਹੌਲ ਦੇ ਵਿੱਚ ਉਹਨਾਂ ਦੇ ਬਿਆਨ ਨੂੰ ਰੱਖੀਏ ਤਾਂ ਇਹ ਬਹੁਤ ਹੀ ਅਹਿਮੀਅਤ ਵਾਲਾ ਬਿਆਨ ਆ। ਮੈਨੂੰ ਲੱਗਦਾ ਕਿ ਉੱਤਰਾਖੰਡੋਂ ਮੈਚੜਾਂ ਵਾਲਾ ਗੇਮ ਵੀ ਹੋ ਸਕਦਾ। ਓਕੇ, ਥੈਂਕ ਯੂ। ਡਾਕਟਰ ਸੰਧੂ, ਤੁਸੀਂ ਆਪਣੀ ਗੱਲ ਕਹਿਣਾ ਚਾਹੁੰਦੇ? ਡਾਕਟਰ ਸੰਧੂ ਪਲੀਜ਼। ਮੈਂ ਤਾਂ ਜੀ ਇਹ ਗੱਲ ਕਹਿਣਾ ਚਾਹੁੰਦਾ ਹੈ ਬਈ ਜੇ ਹੁਣ ਸਿਰਸਾ ਜੀ ਉੱਥੇ ਬੈਠੇ ਆ ਘਰ-ਬਾਰ ਛੱਡ ਕੇ, ਇਹ ਜਿਹੜੇ ਕਹਿੰਦੇ ਆ ਵੀ ਇਹ ਸਾਰੇ ਜਿਹੜੇ ਰਾਜਨੀਤਿਕ ਹੈ, ਤੁਸੀਂ ਨੀਤੀ ਕਰਦੇ ਹੋ, ਤੁਸੀਂ ਜਰਾ ਬੈਠ ਕੇ ਤਾਂ ਵਿਖਾਓ ਸੜਕਾਂ ਤੇ 2 ਡਿਗਰੀ ਟੈਂਪਰੇਚਰ ਦੇ ਵਿੱਚ ਬਿਨਾਂ ਪਾਣੀ ਤੋਂ ਤੇ ਗਿੱਲੀਆਂ ਚਾਦਰਾਂ ਦੇ ਉੱਤੇ 4 ਦਿਨ ਹੀ ਬਹਿ ਜਾਓ ਰਾਜਨੀਤੀ ਵਾਸਤੇ, ਸਾਨੂੰ ਪਤਾ ਲੱਗ ਜੂਗਾ ਵੀ ਇਹ ਰਾਜਨੀਤੀ ਕਿ ਇਹਨਾਂ ਨੂੰ ਦਿਲੋਂ ਦਰਦ ਹੈਗਾ ਜਾਂ ਇਹਨਾਂ ਨੂੰ ਤਕਲੀਫ ਹੈ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੀ, ਮੈਂ ਵਾਰ-ਵਾਰ ਤੁਹਾਡੇ ਚੈਨਲ ਤੇ ਆ ਕੇ ਤੁਹਾਡੇ ਮਾਧਿਅਮ ਤੋਂ ਕਈ ਵਾਰੀ ਇਹ ਕਿਸਾਨਾਂ ਦੇ ਅੱਗੇ ਰੱਖ ਚੁੱਕਾ। ਪ੍ਰੋਫੈਸਰ ਸਾਹਿਬ ਤਾਂ ਚਲੋ ਬਹੁਤ ਡੂੰਘੇ ਇਹਨਾਂ ਦੇ ਨਾਲ ਵਿੱਚ ਰਚੇ ਵਿਚੇ ਹੈ, ਸਾਨੂੰ ਕਦੇ ਮੌਕਾ ਨਹੀਂ ਮਿਲਿਆ, ਕਿਤੇ ਮੌਕਾ ਮਿਲਿਆ ਮੈਂ ਵੀ ਸਿੰਘੂ ਬਾਰਡਰ ਤੇ ਜਾ ਕੇ ਕੁਛ ਨਾ ਕੁਛ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੂੰਗਾ। ਮੈਂ ਇਹਨੂੰ ਇੰਨੀ ਗੱਲ ਕਹਿਣੀ ਚਾਹੁੰਦਾ ਵੀ ਇਹ WTO ਤੇ ਜਿਹੜਾ ਇੰਟਰਨੈਸ਼ਨਲ ਮੋਨਿਟਰੀ ਫੰਡ ਤੇ ਇੰਟਰਨੈਸ਼ਨਲ ਪ੍ਰੈਸ਼ਰ ਹੈ ਇਹਨਾਂ ਦੇ ਉੱਤੇ ਕਿ ਤੁਸੀਂ ਕਿਸਾਨੀ ਜਿਹੜੀ ਹੈਗੀ ਆ ਇਹਦੀਆਂ ਸਬਸਿਡੀਆਂ ਬੰਦ ਕਰੋ ਤੇ ਇਹਨਾਂ ਦੇ ਜਿਹੜੇ MSPਆਂ ਖਤਮ ਕਰੋ ਔਰ ਇਹ ਜਿਹੜੀ ਹੈ ਕਾਰਪੋਰੇਟਸ ਨੂੰ ਹੈਂਡਓਵਰ ਕਰੋ। ਇਹ ਸਾਰਾ ਡਰਾਮਾ ਜਿਹੜਾ ਹੈਗਾ ਇਹ ਸਰਫੇਸ ਟਰਾਂਸਪੋਰਟ ਦੇ ਰਾਹੀਂ ਅਡਾਨੀਆਂ ਨੂੰ ਰੇਲਵੇਜ਼ ਦੇ ਕੇ, ਅਡਾਨੀਆਂ ਨੂੰ ਟਰਾਂਸਪੋਰਟ ਦੇ ਹੋਰ ਸਾਰੇ ਸਾਧਨ ਦੇ ਕੇ ਔਰ ਹੋਰਡਿੰਗ ਵਾਸਤੇ ਤੁਸੀਂ ਇਮੈਜਿਨ ਕਰੋ, ਸਾਡਾ ਇਹ ਆਲਰੇਡੀ ਕੰਟਰੈਕਟ ਹੋ ਚੁੱਕਿਆ ਸੈਂਟਰਲ ਗਵਰਨਮੈਂਟ ਦਾ
कि एक एक अन्न का दाना स्टोर करूगा सिर्फ अडानी, और दूसरा कोई बंदा उन्हें स्टोर नहीं कर सकता वड्डे स्टोर च। सो सारा जो बना रहा है बॉर्डर के उत्ते, क्यों बना रहा है? बॉर्डर खोलणगे, ये पाकिस्तान वाला बॉर्डर होर खोलणगे, चाहे हुसैनी वाला खोल देन। एक सिक्योर कॉरिडोर बनना है जिहड़ा हिंदुस्तान तो जाया करूगा थ्रू पाकिस्तान, अफगानिस्तान, ईरान, इराक ते सऊदी अरेबिया दे ते एमिरेट्स दे कंट्री नूं, जिथे चौल ते कणक हुंदी नहीं और उन्हां नूं लोड़ पैंदी है। इसे तरह सदਰਨ यूरोप दे विच भी बहुत घੱਟ ਇਹ ਫਸਲਾਂ ਹੁੰਦੀਆਂ ਤੇ ਲੇਕਿन ਉਹਨਾਂ ਦੀ ਬ੍ਰੈਡ ਜਿਹੜੀ ਹੈ ਉਹ ਬਣਦੀ ਅੰਨ ਤੋਂ ਹੀ ਹੈ। ਸੋ ਇਹ ਸਾਰਾ ਟੇਕ ਓਵਰ ਕਰਨਾ ਚਾਹੁੰਦੇ ਆ ਐਗਰੀਕਲਚਰਲ ਇਕਨੋਮੀ ਨੂੰ। MSPਆਂ USPਆਂ 'ਚ ਕੁਛ ਨਹੀਂ ਰੱਖਿਆਗਾ। ਇਹਨਾਂ ਦੀ ਹੋਰਡਿੰਗ ਦੇ ਖਿਲਾਫ ਆਵਾਜ਼ ਉਠਾਓ। ਔਰ ਅੱਜ ਜਿਹੜੀ ਕਿਸਾਨ ਜਿਹੜੇ ਸੰਯੁਕਤ ਮੋਰਚਾ ਹੈ, ਮੈਂ ਸਿਰ ਝੁਕਾਉਣਾ ਉਹਨਾਂ ਦੇ ਲੀਡਰਾਂ ਦੇ ਅੱਗੇ ਤੇ ਉਹਨਾਂ ਹਰ ਵਰਕਰ ਤੇ ਥੈਂਕ ਯੂ ਵੈਰੀ ਮਚ। ਬੱਚੇ ਅੱਗੇ ਇੱਕ ਮਿੰਟ ਕਿ ਬੰਗਾਲ ਦੇ ਵਿੱਚ, ਤਾਮਿਲਨਾਡੂ ਦੇ ਵਿੱਚ, केरला दे विच, असम दे विच जाके उन्होंने किसे पार्टी नूं नहीं उन्होंने कहा भी इहनूं वोट पाओ, उन्होंने सिर्फ ये कहा इस मुद्दे से आप वापस आने हैं डॉक्टर संधू। बिल्कुल थैंक यू वेरी मच डॉक्टर साहब। आप वापस आने इस मुद्दे से आ रहे हैं वापस जड़ेगा एक छोटी जी ब्रेक तो देने मुद्दे से आ रहे हैं वापस। किसानी अंदोलन पंजाब दियां बरूहां टप के किस तरह कौमी पद्धर ते दे रहा दस्तक, राजसी तौर पर भाजपा के अंदर भी किवें मचा है घमसान, इन्हां मुद्दों ते करांगे चर्चा निक्की जी ब्रेक के बाद। नज़रे दी जवेद दर्शकों का स्वागत। सिरसा जी जिस मुद्दे ते आपां गल करते हैं, चलो पोलीटिकल पार्टियां के नेतावां की गल, आपां राजनाथ की गल की है, आपां गवर्नर की गल की है, पर सूबियां की गल करिए इस वेले जो स्थिति हरियाणा की बनी हुई है, मैं हिमाचल की गल की है कि सेब उत्पादकों की की गल बनी हुई है, यूपी की गल है, यानी ਜਿਹੜੇ ਇਸ ਵੇਲੇ ਭਾਜਪਾ ਦੇ ਸਰਕਾਰਾਂ ਵਾਲੇ ਸੂਬੇ ਹੈ ਉੱਥੇ ਵੀ ਹਾਲਚਾਲ ਮੱਚੀ ਵੀ ਹੈ ਕਿਸਾਨ ਅੰਦੋਲਨ ਕਰਕੇ। ਕਿਵੇਂ ਦੇਖਦੇ ਹੋ ਇਹਨਾਂ ਪ੍ਰਸਥਿਤੀਆਂ ਨੂੰ ਜਿਹੜੀ ਅੰਦਰਲੀ ਹਲਚਲ ਹੈ ਭਾਜਪਾ ਦੇ ਆਪਣੇ ਸੂਬਿਆਂ 'ਚ? ਸਿਰਸਾ ਜੀ ਦੇਖੋ ਜੀ, ਇਸ ਟਾਈਮ ਦੇ ਉੱਤੇ ਜਿਹੜਾ ਇਹ ਪੰਜਾਬ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਤੇ ਮੈਂ ਇਹ ਸਮਝਾਂ ਕਿ ਅੱਜ ਬੇਸ਼ੱਕ ਸਰਕਾਰ ਨੇ ਬਹੁਤ ਸਾਰੀਆਂ ਸਾਜ਼ਿਸ਼ਾਂ ਰਚ ਕੇ ਇਹਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ, ਸ਼ਰਾਰਤੀ ਅੰਸਰ ਭੇਜੇ, ਇਹਨੂੰ ਜਿਹੜਾ ਸੀ ਹਰ ਤਰ੍ਹਾਂ ਦੇ ષਡਯੰਤਰ ਰਚਣ ਦੀ ਇਹਨਾਂ ਕੋਸ਼ਿਸ਼ ਕੀਤੀ। 26 ਵਾਲਾ ਕਾਂਡ ਵਾਪਰਿਆ, ਲੇਕਿਨ ਅੱਜ ਇਹ ਸੰਘਰਸ਼ ਪੰਜਾਬ ਤੋਂ ਚੱਲੀ ਹੋਈ ਇਹ ਉੱਠੀ ਚੰਗਿਆੜੀ ਅੱਜ ਪੂਰੇ ਭਾਰਤ ਨੂੰ ਆਪਣੇ ਕਲਾਵੇ ਚ ਲੈ ਰਿਹਾ। ਮੈਂ ਕੱਲ ਹੀ ਜਿਹੜਾ ਸੀ ਉਹ ਕੇਰਲਾ ਤੋਂ ਹੋ ਕੇ ਆਇਆ ਔਰ ਅੱਜ ਇਹ BJP ਵਾਲੇ ਕਹਿ ਰਹੇ ਨੇ ਕਿ ਇਹ ਰਾਜਨੀਤੀ ਕਰ ਰਹੇ ਆ। कि अज भारत के जिहड़े किसान पढ़े लिखे किसान इन्हां नूं ये पुछो कि जदों साडियां सरकार दे नाल 11 मीटिंगां होईयां ने, किसी एक भी मीटिंग दे विच कि असीं इन्हां दी तसल्ली करा के नहीं आए, ते जदों इन्हां दी तसल्ली कराती इन्हां ने मान लिया ते फिर ये दसो राज्य सभा च मुकरे, ये पार्लीमेंट च मुकरे ते किसान तां जी सानूं कोई गलती नहीं दस सकते। इन्हां लोकां दी असीं की गल करिए, इन्हां दी अकल ते सानूं तरस आउंदा। पर दूसरे पासे असीं इस संघर्ष ने पंजाब नूं ओह वडियाई दित्ती है, खास करके सिख कौम नूं जिहदा अक्ष इन्हां ने पूरे भारत ते संसार दे विच जिहड़ा सी बहुत ही माड़ा इन्हां ने जिहड़ा सी दर्शाउण दी कोशिश कीती। पर अज पूरे भारत, कल जदों मैं केरला च गया ਉੱਥੋਂ ਦੇ ਲੋਕਾਂ ਨੇ ਗੱਲਬਾਤ ਕੀਤੀ ਉਹਨਾਂ ਨਾਲ ਤੇ ਉਹ ਲੋਕ ਇਹ ਕਹਿੰਦੇ ਸੀ ਕਿ ਸਾਨੂੰ ਅੱਜ ਤੱਕ ਇਹਨਾਂ ਗੱਲਾਂ ਦਾ ਹੀ ਨਹੀਂ ਪਤਾ ਔਰ ਅਸੀਂ ਇਹ ਸਮਝਿਆ ਕਿ ਸਾਡੀ ਇਸ ਸੰਘਰਸ਼ ਸ਼ੁਰੂ ਕਰਨ ਦੇ ਨਾਲ ਬਹੁਤ ਵੱਡੀ ਪ੍ਰਾਪਤੀ ਅਸੀਂ ਕਰ ਚੁੱਕੇ ਹਾਂ ਕਿ ਜਿਹੜਾ ਪਾੜਾ ਪਿਆ ਹੋਇਆ ਸੀ, ਜਿਹੜੀ ਸਿੱਖ ਕੌਮ ਦੇ ਖਿਲਾਫ ਇਹਨਾਂ ਨੇ ਭੰਡੀ ਪ੍ਰਚਾਰ ਕਰਕੇ ਛਵੀ ਖਰਾਬ ਕੀਤੀ ਸੀ, ਸਾਡੀ ਉਹ ਛਵੀ ਜਿਹੜੀ ਆ ਪੂਰੀ ਬਣ ਚੁੱਕੀ ਆ। ਤੇ ਇਹਨਾਂ ਦੀ ਪਾਰਟੀ ਦੇ ਅੱਜ ਰਾਜਨਾਥ ਵਰਗੇ ਜਿਹੜੇ ਸੂਝਵਾਨ ਲੀਡਰ ਨੇ ਉਹ ਇਹਨਾਂ ਦੇ ਮੂੰਹ ਦੇ ਉੱਤੇ ਇੱਕ ਥੱਪੜ ਮਾਰ ਰਿਹਾ ਔਰ ਇਹਨਾਂ ਨੂੰ ਅਕਲ ਆਉਣੀ ਚਾਹੀਦੀ ਆ ਕਿ ਜੇਕਰ ਪਾਰਟੀ ਦੇ ਸੀਨੀਅਰ ਲੀਡਰ ਕੋਈ ਜੂਨੀਅਰ ਨਹੀਂ ਤੇ ਆਹ ਗਰੇਵਾਲ ਦੀ ਕੀ ਗੱਲ ਕਰਦੇ, ਇਹ ਜਿਹੜਾ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ। ਤੇ ਸੋ ਇਹਨਾਂ ਲੋਕਾਂ ਦੀ ਅਸੀਂ ਕੀ ਗੱਲ ਕਰ ਰਹੀ ਆ, ਸੂਝਵਾਨ ਲੋਕ ਇਸ ਗੱਲ ਨੂੰ ਮੰਨ ਚੁੱਕੇ ਆ। ਹਰਿਆਣਾ, ਹਿਮਾਚਲ ਜਿਹੜੀ ਤੁਸੀਂ ਗੱਲ ਕਰ ਰਹੇ ਅੱਜ ਕੱਲੇ ਹਰਿਆਣਾ ਜਾਂ यूपी ਜਾਂ ਰਾਜਸਥਾਨ ਦੀ ਗੱਲ ਨਹੀਂ, ਤੁਸੀਂ ਦੱਖਣੀ ਭਾਰਤ 'ਚ ਜਾਓ ਤੇ ਇਹਨਾਂ ਨੂੰ ਭੇਜੋ ਮੇਰੇ ਨਾਲ ਕਿਸੇ ਨੂੰ, ਅਸੀਂ ਚੱਲ ਜਾਂਦੇ ਹਾਂ, ਖਰਚਾ ਮੇਰਾ ਹੋਊਗਾ
ਤੇ ਉੱਥੋਂ ਦੇ ਲੋਕ ਜਿਹੜੇ ਪੜ੍ਹੇ ਲਿਖੇ ਸਮਝਦਾਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ। ਉਹ ਲੋਕ ਇਹਨਾਂ ਨੂੰ ਕੀ ਸਮਝਿਆ, ਉੱਥੋਂ ਦੀਆਂ ਲੜਕੀਆਂ ਲੜਕੇ ਸੂਝਵਾਨ ਲੋਕ ਜਿਹੜੇ ਪੜ੍ਹੇ ਲਿਖੇ ਨੇ ਉਹ ਇਹਨਾਂ ਨੂੰ ਤੋਏ ਕਰ ਰਹੇ ਨੇ। ਉਹ ਤੇ ਇਹਨਾਂ ਨੂੰ ਬੰਦੇ ਵੀ ਇਨਸਾਨ ਹੀ ਨਹੀਂ ਮੰਨਦੇ। ਉਹ ਕਹਿੰਦੇ ਨੇ ਬੀਜੇਪੀ ਪਾਰਟੀ ਜਿਹੜੀ ਕਿ ਫਿਰਕੂ ਰੰਗ ਨਾਲ ਰੰਗੀ ਹੋਈ ਆ, ਜਿਹੜੀ ਲੋਕਾਂ ਦਾ ਘਾਣ ਕਰਾ ਕੇ ਆਪਣਾ ਰਾਜ ਇਹਨਾਂ ਨੇ ਸਥਾਪਿਤ ਕੀਤਾ। ਤੇ ਜਿਨ੍ਹਾਂ ਲੋਕਾਂ ਨੇ ਅੱਜ ਇਹ ਕਹਿੰਦੇ ਨੇ देश को बिकने नहीं दूंगा और देश को लूटने नहीं दूंगा। इन्होंने दसो तुसी देश बचा, बेटी बचाओ, बेटी पढ़ाओ, देश बचाओ, ये जिस तरह के जेडे नारे दिते ने अज इन्होंने सड़क प्राइवेट, रेलवे प्राइवेट, हॉस्पिटल प्राइवेट, बिजली प्राइवेट, एयरपोर्ट प्राइवेट, हेल्थ प्राइवेट, ਜਿਹੜੀ ਆਮਦਨੀ ਬਚੀ ਸੀ ਉਹ ਵੀ ਇਹਨਾਂ ਨੇ ਪ੍ਰਾਈਵੇਟ ਕਰਨ ਜਾ ਰਹੇ ਨੇ। ਇਹਨਾਂ ਨੂੰ ਪੁੱਛੋ ਬਚਿਆ ਕੀ ਆ। ਤੇ ਫਿਰ ਆ ਜਿਹੜੇ ਕੈਬਨਿਟ ਬਣੇ ਨੇ ਸੂਬਿਆਂ ਦੀਆਂ ਸਰਕਾਰਾਂ ਕਿਸ ਵਾਸਤੇ, MP ਕਾਹਦੇ ਲਈ ਬਣਾਉਣੇ ਆ, ਕੇਂਦਰ ਸਰਕਾਰ ਕਾਹਦੇ ਵਾਸਤੇ, ਫਿਰ ਰਹਿ ਗਈ ਹਾਜ਼ਰੀ ਉਹਦੀ ਭਰੀ ਹਾਜ਼ਰੀ। ਤੇ ਫਿਰ ਜਦੋਂ ਇਹ ਅਬਾਨੀ ਅਡਾਨੀ ਉਹਨਾਂ ਨੂੰ ਤਨਖਾਹਾਂ ਦੇਣਗੇ, ਉਹਨਾਂ ਨੂੰ ਅਨਾਜ ਦੇਣਗੇ, ਉਹਨਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣਗੇ, ਫਿਰ ਉਹ ਅਬਾਨੀਆਂ ਅਡਾਨੀਆਂ ਦੇ ਆਖੇ ਲਾ ਕੇ ਕੱਲ ਨੂੰ ਇਹ ਅਬਾਨੀ ਅਡਾਨੀ ਕਹਿਣਗੇ ਸਾਨੂੰ ਤਾਂ ਪੈਗਾ ਜੀ ਘਾਟਾ, ਅਸੀਂ ਤਾਂ ਹੁਣ ਆਪਣਾ ਘਾਟਾ ਪੂਰਾ ਕਰਨਾ। ਉਹ ਕਹਿਣਗੇ ਚੀਨ ਨੂੰ, ਕਹਿਣਗੇ ਪਾਕਿਸਤਾਨ ਨੂੰ, ਕਹਿਣਗੇ ਸਾਡਾ ਇੰਨਾ ਪੈਸਾ ਲੱਗਾ ਇਹ ਸਾਨੂੰ ਤੁਸੀਂ ਦੇ ਦਿਓ ਤੇ ਅਸੀਂ ਸਭ ਕੁਝ ਛੱਡਿਆ। ਫਿਰ ਕੀ ਇਹ ਅਬਾਨੀ ਜਿਹੜੇ ਇਹ ਅੱਜ ਆ ਗਰੇਵਾਲ ਵਰਗੇ ਤੇ ਅੱਜ ਅਮਿਤ ਸ਼ਾਹ ਵਰਗੇ, ਮੋਦੀ ਵਰਗੇ, ਇਹਨਾਂ ਸਵਾਲਾਂ ਦੇ ਜਵਾਬ ਇਹਨਾਂ ਕੋਲੇ ਕੀ ਹੋਣਗੇ ਉੱਥੋਂ ਜਰਾ। ਓਕੇ ਸਰਸਾ ਜੀ, ਮਿਹਰਬਾਨੀ ਸਰਸਾ ਜੀ, ਥੈਂਕ ਯੂ ਵੈਰੀ ਮਚ। ਤੁਹਾਡੀ ਗੱਲ ਆ ਗਈ। ਪ੍ਰੋਫੈਸਰ ਮਨਜੀਤ ਸਿੰਘ, ਜਦੋਂ ਆਪਾਂ ਕੌਮੀ ਪੱਧਰ ਤੇ ਗੱਲ ਕਰਦੇ ਹਾਂ, ਇੱਕ ਅਹਿਮ ਸਵਾਲ ਮੈਂ ਜ਼ਰੂਰ ਲੈਣਾ ਚਾਹਾਂਗਾ। ਮੇਰੀ ਜਾਣਕਾਰੀ ਮੁਤਾਬਕ ਤੁਸੀਂ ਬੰਗਾਲ ਤੋਂ ਹੁਣੇ ਹੀ ਵਾਪਸ ਆਏ ਹੋ। ਬੰਗਾਲ ਦੇ ਵਿੱਚ ਕਿਸਾਨ ਜਿਹੜੇ ਹੋਕਾ ਦੇ ਰਿਹਾ ਹੈ ਕਿ ਭਾਜਪਾ ਨੂੰ ਛੱਡ ਕੇ ਹੋਰ ਕਿਸੇ ਨੂੰ ਵੋਟ ਕਰ ਦਿਓ, ਭਾਜਪਾ ਨੂੰ ਹਰਾਓ। ਕਿਸਾਨ ਅੰਦੋਲਨ ਦਾ ਬਾਕੀ ਆਪਾਂ ਸੂਬਿਆਂ ਦੀ ਵੀ ਗੱਲ ਕਰਦੇ ਹਾਂ ਤੇ ਬੰਗਾਲ 'ਚ ਕਿਹੋ ਜਿਹਾ ਇੰਪੈਕਟ ਨਜ਼ਰ ਆ ਰਿਹਾ ਹੈ, ਕਿਉਂਕਿ ਤੁਸੀਂ ਖੁਦ ਵੀ ਉੱਥੇ ਜਾ ਕੇ ਆਏ ਹੋ ਪ੍ਰੋਫੈਸਰ ਮਨਜੀਤ ਸਿੰਘ ਜੀ। ਦੇਖੋ, ਮੁਕਾਬਲਾ ਸਿੱਧਾ ਤ੍ਰਿਣਮੂਲ ਕਾਂਗਰਸ ਦਾ ਤੇ BJP ਦਾ ਹੈਗਾ। ਵੈਸੇ ਤਾਂ ਤੀਜੀ ਧਿਰ ਵੀ ਹੈਗੀ ਆ, ਪਰ ਜੇ ਤੁਸੀਂ ਇਹ ਕਹੋ ਕਿ ਤੀਜੀ ਧਿਰ ਦੂਜੇ ਨੰਬਰ 'ਤੇ ਆ ਗਈ ਆ, ਜਾਣੀ ਨੇ ਕਾਂਗਰਸ ਤੇ ਲੈਫਟ ਫਰੰਟ, ਉਹ ਅਜੇ ਮੈਨੂੰ ਦਿਖਿਆ ਨਹੀਂ ਜਿੰਨਾ ਕੁ ਮੈਂ ਉੱਥੇ ਕਰ ਸਕਿਆ, ਪਤਾ ਲਾ ਸਕਿਆ। ਹਾਲਾਂਕਿ ਉਹਨਾਂ ਦੀ ਰੈਲੀ ਬਹੁਤ ਵੱਡੀ ਹੋਈ ਸੀ, ਬੜੀ ਇੰਪ੍ਰੈਸਿਵ ਹੋਈ ਸੀਗੀ। ਇਹ ਇਸ ਗੱਲ ਦੀ ਵੀ ਗਰੰਟੀ ਆ ਕਿ ਜੇ ਤਿੰਨੇ ਧਿਰ ਬਰਾਬਰ ਹੋਣਗੇ ਤਾਂ ਉਹਦੇ 'ਚ BJP ਦਾ ਫਾਇਦਾ ਜ਼ਿਆਦਾ ਹੋ ਸਕਦਾ। ਇਸ ਲਈ ਜੇ ਲੈਫਟ ਫਰੰਟ ਤੇ ਕਾਂਗਰਸ ਥੋੜ੍ਹਾ ਕਮਜ਼ੋਰ ਰਹੀ ਹੈ ਤਾਂ ਉਹਦਾ ਫਾਇਦਾ ਤ੍ਰਿਣਮੂਲ ਨੂੰ ਜਾ ਸਕਦਾ ਆ। ਇਸ ਕਿਸਮ ਦਾ ਫਿਰ BJP ਜਿਹੜੀ ਆ ਥੋੜ੍ਹੀ ਥੱਲੇ ਪਿੱਛੇ ਰਹਿ ਜੂਗੀ। ਪਰ ਓਵਰਆਲ ਸਿੱਧੂ ਸਾਹਿਬ ਜਿਹੜਾ ਬੰਗਾਲ ਦੇ ਵਿੱਚ ਮੂਡ ਆ ਉਹ ਦੀਦੀ ਦੇ ਹੱਕ ਵਿੱਚ ਆ। ਜਿਵੇਂ ਉਹਨੇ ਵੀਲ ਚੇਅਰ 'ਤੇ ਬੈਠ ਕੇ, ਬੜੀ ਬਹਾਦਰ ਆ ਉਹ, ਅਜੇ ਵੀ ਹਵਾਈ ਚੱਪਲ ਪਾ ਕੇ ਹਵਾ ਦੇ ਨਾਲ ਗੱਲਾਂ ਕਰਦੀ ਆ। ਉਹਨੂੰ ਕੋਈ ਰੋਕ ਨਹੀਂ ਸਕਦਾ, ਬੜੀ ਦਬੰਗ ਆ। ਉਹਨੇ ਜਿਸ ਤਰ੍ਹਾਂ ਜਵਾਬ ਦਿੱਤਾ ਸੀ, ਅਸੀਂ ਬੰਗਾਲੀ ਟਾਈਗਰ ਹੈਗੇ ਆ, ਬੰਗਾਲ ਟਾਈਗਰ ਜਿਸ ਤਰ੍ਹਾਂ, ਤੇ ਉਹ ਟਾਈਗਰੇਸ ਦੇ ਤੌਰ 'ਤੇ ਆਪਣੇ ਆਪ ਨੂੰ ਕਹਿ ਰਹੇ ਸੀਗੇ ਕਿ ਸਾਨੂੰ ਤੁਸੀਂ ਇਹੋ ਜਿਹੀਆਂ ਜੈ ਸ਼੍ਰੀ ਰਾਮ ਦੇ ਨਾਅਰੇ ਲਾ ਕੇ ਡਰਾਉਣ ਦੀ ਕੋਸ਼ਿਸ਼ ਨਾ ਕਰੋ। ਮੈਨੂੰ ਇਸ ਗੱਲ ਦੀ ਵੀ ਬੜੀ ਹੈਰਾਨੀ ਹੁੰਦੀ ਹੈ ਕਿ ਜਿਸ ਢੰਗ ਨਾਲ ਇਹਨਾਂ ਨੇ ਉੱਥੇ ਕਮਿਊਨਲ ਜਾਣੀ ਫਿਰਕੂ ਭਾਵਨਾ ਨੂੰ ਭੜਕਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਹੈ। ਰਾਮ ਜਿਹੜੇ ਸਾਰਿਆਂ ਦੇ ਸਾਂਝੇ ਆ, ਸਾਡੇ ਵੀ ਹੈਗੇ ਆ, ਮੁਸਲਮਾਨਾਂ ਦੇ ਵੀ ਹੈਗੇ ਆ, ਅੱਲਾ ਕਹਿ ਲਓ, ਰਾਮ ਕਹਿ ਲਓ, ਰੱਬ ਦੀ ਕੋਈ, ਪਰ ਇਹ ਉਸ ਨੂੰ ਰਾਜਨੀਤਿਕ ਹਥਿਆਰ ਤੌਰ 'ਤੇ ਵਰਤ ਕੇ ਰਾਮ ਦੀ ਜੋ ਜਾਣੀ ਹੱਤਕ ਕਰਦੇ ਆ, ਇਹਨਾਂ ਨੂੰ ਸਮਝ ਨਹੀਂ ਪੈ ਰਹੀ। ਮੈਂ ਨਿੱਕੀ ਗੱਲ ਦੱਸਦਾ, ਮੈਂ ਟੈਲੀਗ੍ਰਾਫ ਪੇਪਰ ਉੱਥੇ ਜਦੋਂ ਗਿਆ ਪੜ੍ਹ ਰਿਹਾ ਸੀਗਾ, ਮੰਦਿਰ ਦੇ ਬਾਹਰ ਟੂਟੀ ਵਾਲਾ ਪਾਣੀ ਕੋਈ ਬੱਚਾ ਪੀ ਲਿਆ, ਵਿੱਚੇ ਪੁਜਾਰੀ, ਵਿੱਚੇ ਇਹਨਾਂ ਦੇ ਜਿਹੜੇ ਹੁਡਲਮਸ ਆ ਗੁੰਡੇ, ਉਹ ਖੜੇ ਹੋ ਕੇ ਪੁੱਛਿਆ ਤੇਰਾ ਨਾਮ ਕੀ ਆ? ਉਹਦਾ ਨਾਮ ਮੁਸਲਮਾਨ ਸੀ। ਪੁੱਛਿਆ ਤੇਰਾ ਪਿਓ ਦਾ ਨਾਂ ਕੀ ਆ? ਉਹ ਵੀ ਮੁਸਲਮਾਨ ਸੀ। ਦੇ ਲੱਤਮ ਜੁੱਤਮ ਇਹੋ ਜਿਹਾ ਉਹਨੂੰ ਕੁੱਟਿਆ, ਮਾਰਿਆ ਕਿ ਪਾਣੀ ਤੂੰ ਬਾਹਰੋਂ ਬਾਹਰਲੀ ਪਬਲਿਕ ਪਲੇਸ ਤੋਂ ਮੰਦਿਰ ਦੇ ਬਾਹਰ ਪਾਸੇ ਟੂਟੀ ਲੱਗੀ, ਅੰਦਰ ਨਹੀਂ ਗਿਆ ਉਹ, ਕਿ ਜਿਹੜਾ ਉਹ ਕਿਉਂ ਤੁਸੀਂ ਪੀਤਾ? ਇਸ ਤਰ੍ਹਾਂ ਦੀ ਇਹ ਰਾਮ ਹੈ ਇਹਨਾਂ ਦਾ। ਤੁਸੀਂ ਹੈਰਾਨੀ ਨਹੀਂ ਹੁੰਦੀ ਤੁਹਾਨੂੰ? ਇਹ ਬੰਗਾਲੀ ਲੋਕ ਸਮਝ ਗਏ ਆ ਕਿ ਅਸੀਂ ਬਾਰ-ਬਾਰ ਜਿੱਥੇ ਵੀ ਸਾਡੀਆਂ ਸਿੰਘੂ, ਨੰਦੀਗ੍ਰਾਮ, ਕੋਲਕਾਤਾ ਪ੍ਰੈਸ ਕਾਨਫਰੰਸ ਹੋਈ, ਮਜਾਰੇ ਹੋਏ, ਅਸੀਂ ਆਸਨਸੋਲ 'ਚ ਲਾਸਟ ਨੂੰ ਬੜੀ ਵੱਡੀ ਰੈਲੀ ਕੀਤੀ, ਸਾਰੀ ਜਗ੍ਹਾ ਸਾਰੇ ਸਪੀਕਰ ਨੇ ਉਹਦੇ 'ਚ ਮੇਧਾ ਪਾਟਕਰ ਸੀਗੀ, ਯੁੱਧਵੀਰ ਸਿੰਘ ਜਿਹੜੇ ਰਕੇਸ਼ ਟਕੈਤ ਦੇ ਭਰਾ ਹੈਗੇ ਆ, ਰਕੇਸ਼ ਟਕੈਤ, ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚੜੂਨੀ, ਮੈਂ, ਹੋਰ ਸਾਰੇ ਰਾਜਸਥਾਨ ਤੋਂ ਆਏ ਸੀਗੇ,
ਆਪਣੇ ਅਮਰਜੀਤ ਸਿੰਘ ਸੀਗੇ, ਸਾਰੇ ਜਾਣੀ ਕਿ ਦੁਆਬੇ ਵਾਲੇ ਯੂਨੀਅਨ ਵਾਲੇ ਵੀ ਸੀਗੇ। ਤੇ ਮੈਂ ਕਹਿੰਦਾ ਵੀ ਵੱਡੀ ਇੱਕ ਪਾਰਟੀ ਸਾਡੀ ਇੱਥੋਂ ਗਈ ਸੀ, ਜਿਨ੍ਹਾਂ ਨੇ ਉੱਥੇ ਲੋਕਲ ਲੀਡਰ ਵੀ ਸੀਗੇ, ਹਨਨ ਮੁੱਲਾ ਸੀਗਾ, ਅਬਿਕ ਸਾਹਾ ਸੀਗਾ, ਤੇ ਇੰਨੀ ਵੱਡੀ ਟੀਮ ਸੀਗੀ ਕਿ ਧੜੱਲੇ ਨਾਲ ਉੱਥੇ ਬੋਲ ਕੇ ਸਾਰੀ ਜਗ੍ਹਾ ਮਾਹੌਲ ਪੈਦਾ ਕਰਤਾ। ਦੋ ਗੱਲਾਂ ਦਾ, ਇੱਕ ਤੇ ਬੀਜੇਪੀ ਤੋਂ ਬਚੋ ਔਰ ਮੋਦੀ ਦੀ ਸਰਕਾਰ ਨੂੰ ਇੱਥੇ ਆਉਣ ਨਹੀਂ ਦੇਣਾ। ਅਸੀਂ ਉਹਨਾਂ ਨੂੰ ਦੱਸਾਂਗੇ ਕਿ ਪੰਜਾਬ 'ਚ ਕੀ ਇਹਨਾਂ ਦੀ ਦੁਰਗਤ ਕੀਤੀ ਹੋਈ ਆ, ਜੋ ਖੱਟੜ ਦੀ ਖਾੜ ਖੜੀ ਕੀਤੀ ਆ, ਜੋ ਦਸ਼ੰਤ ਸ਼ਟਾਲੇ ਦੀ ਉੱਥੇ ਬੁਰਾ ਹਾਲ ਕੀਤਾ, ਬਾਹਰ ਨਹੀਂ ਨਿਕਲ ਸਕਦੇ, ਘਰਾਂ ਅੰਦਰ ਬੰਦ ਕੀਤੇ। ਅਸੀਂ ਮੈਂ ਦੱਸ ਰਿਹਾ ਕਿ ਪੰਜਾਬ ਦੇ ਵਿੱਚ ਬੀਜੇਪੀ ਦਾ ਬਹੁਤ ਅਸੀਂ ਬਾਹਰ ਨਿਕਲਣਾ ਦੁੱਬਰ ਹੋਇਆ ਇਸੇ ਕਰਕੇ, ਕਾਨੂੰਨਾਂ ਕਰਕੇ। ਸਾਡੀ ਕਿਸੇ ਨਾਲ ਵੈਰ ਨਹੀਂ, ਸਾਨੂੰ ਕਿਸੇ ਨਾਲ ਕੋਈ ਦਿੱਕਤ ਨਹੀਂ। ਹਾਂਜੀ ਪ੍ਰੈਸਾ, ਇੱਕ ਸਵਾਲ ਜਿਹੜਾ ਹੈਗਾ, ਬਿਲਕੁਲ ਜਿੱਦਾਂ ਤੁਸੀਂ ਕਹਿ ਰਹੇ ਹੋ, ਜਦੋਂ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ, ਹਰਿਆਣਾ ਦੀ, ਹਿਮਾਚਲ ਦੀ, ਪੱਛਮੀ ਯੂਪੀ ਦੀ ਜਿਹੜੀ ਹੈਗੀ ਹੈ, ਤਾਂ ਬੰਗਾਲ ਤੱਕ ਜਾਂਦਿਆਂ ਜਿਹੜਾ ਇੱਥੇ ਬੈਠਿਆਂ ਦਾ ਪ੍ਰਭਾਵ ਹੁੰਦਾ ਹੈ ਕਿ ਵੀ ਉੱਥੇ ਸ਼ਾਇਦ ਕਿਸਾਨੀ ਅੰਦੋਲਨ ਦਾ ਇੰਨਾ ਬਹੁਤ ਵੱਡਾ ਕੋਈ ਆਧਾਰ ਪਹਿਲਾਂ ਜਿਹੜਾ ਹੈਗਾ ਉਸ ਤਰੀਕੇ ਨਾਲ ਨਹੀਂ ਰਿਹਾ। ਪਰ ਹੁਣ ਜੋ ਤੁਸੀਂ ਕਹਿ ਰਹੇ ਹੋ ਕਿਸਾਨ ਜਥੇਬੰਦੀਆਂ ਐਫਰਟਸ ਕਰ ਰਹੀਆਂ ਬੀਜੇਪੀ ਨੂੰ ਚੁਣੌਤੀ ਦੇਣ ਦੀ, ਉਹ ਚੁਣੌਤੀ ਦਾ ਕੋਈ ਇੰਪੈਕਟ ਕਿਧਰੇ ਨਜ਼ਰ ਪਏਗਾ ਜੋ ਕਿਸਾਨਾਂ ਨੇ ਫੈਸਲਾ ਲਿਆ ਕਿ ਜਾਂ ਇਹਦੇ ਨਾਲ ਸੁਨੇਹਾ ਕਿਸਾਨੀ ਅੰਦੋਲਨ ਦਾ ਜਾ ਰਿਹਾ, ਕੀ ਫਾਇਦਾ ਹੋਏਗਾ ਇਸ ਦਾ? ਨਹੀਂ, ਦੋਵੇਂ ਗੱਲਾਂ ਕਿਉਂ ਨਹੀਂ ਹੈ। ਜਿਹੜਾ ਕਿਸਾਨੀ ਅੰਦੋਲਨ ਦਾ ਅਸੀਂ ਤੇ ਬੀਜ ਕੇ ਆਏ ਹਾਂ, ਚੰਗਾ ਵੱਡਾ ਛੱਟਾ ਦੇ ਆਏ ਹਾਂ। ਹੁਣ ਜਿਹੜੇ ਵੱਡੇ ਸ਼ਹਿਰ ਇਹੋ ਹੀ ਹੈ, ਤੇ ਉਹਨਾਂ ਸਾਰਿਆਂ ਸ਼ਹਿਰਾਂ ਦੇ ਵਿੱਚ ਅਸੀਂ ਆਪਣਾ ਪ੍ਰਚਾਰ ਕਰਕੇ ਆਏ। ਲੋਕਾਂ 'ਚ ਚਰਚਾ ਚੱਲੀ ਹੈ, ਰੋਜ਼ ਮੀਡੀਆ ਨੇ ਬੜੀ ਲਾਰਜ ਸਕੇਲ ਉਹਦੀ ਕਵਰੇਜ ਕੀਤੀ ਹੈ, ਇੰਗਲਿਸ਼ ਮੀਡੀਆ ਨੇ, ਦੂਸਰਿਆਂ ਨੇ, ਨੈਸ਼ਨਲ ਇਲੈਕਟ੍ਰੋਨਿਕ ਮੀਡੀਆ ਨੇ ਕਵਰੇਜ ਕੀਤੀ, ਤੁਸੀਂ ਸਾਰਿਆਂ ਨੇ ਦੇਖਿਆ। ਉਹਦੇ ਨਾਲ ਇਹ ਤੇ ਬੰਗਾਲ ਦੇ ਵਿੱਚ ਚਰਚਾ ਚੱਲ ਪਈ ਹੈ ਕਿ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ, ਬੀਜੇਪੀ ਦਾ ਇੰਨਾ ਬੁਰਾ ਹਾਲ ਹੈ, ਇਹ ਇੰਨੇ ਮਾੜੇ ਆ। ਅਸੀਂ ਤੇ ਐਨ ਅਕਸ਼ ਜਿਹੜਾ ਸੀਗਾ ਕਾਲਖ ਫੇਰ ਕੇ ਆਏ ਹਾਂ। ਅਸੀਂ ਉਹਨਾਂ ਨੂੰ ਨਾਲ ਬਾਰ-ਬਾਰ ਇਹ ਕਹਿ ਕੇ ਆਏ ਹਾਂ ਸਾਫ਼ ਕਿ ਦੇਖੋ, ਜੇ ਤੁਸੀਂ ਇੱਥੇ ਵੜਨ ਦਿੱਤਾ ਤੇ ਸਮਝ ਲਓ ਕਿ ਸਿਰ ਪਾਟਣਗੇ ਧਰਮ ਦੇ ਨਾਂ ਦੇ ਉੱਤੇ, ਜਾਤਾਂ ਦੇ ਨਾਂ ਦੇ ਉੱਤੇ। ਜੇ ਤੁਸੀਂ ਇਹ ਕਰਾਉਣਾ ਤੇ ਤੁਹਾਡੀ ਮਰਜ਼ੀ। ਹੁਣ ਸਾਨੂੰ ਇਹ ਸਵਾਲ ਜ਼ਰੂਰ ਉੱਥੇ ਦਾ ਮੀਡੀਆ ਵੀ ਕਰਦਾ ਸੀ, ਇੱਥੇ ਦਾ ਵੀ ਕਰਦਾ ਕਿ ਇਹ ਰਾਜਨੀਤਿਕ ਹੋ ਗਏ ਜੀ। ਇਹ ਤੇ ਕਹਿੰਦੇ ਸੀ ਰਾਜਨੀਤਿਕ ਪਾਰਟੀਆਂ ਨੂੰ ਪਰਾਂ ਰੱਖਣਾ। ਸਾਡਾ ਬੜਾ ਸਾਫ਼ ਜਵਾਬ ਆ ਕਿ ਪ੍ਰਧਾਨ ਮੰਤਰੀ ਤੇ ਬੀਜੇਪੀ ਦੀ ਸਰਕਾਰ ਉਹ ਸਰਕਾਰ ਦੇ ਤੌਰ ਤੇ ਬਿਹੇਵ ਕਰੇ ਨਹੀਂ ਰਹੇ। ਉਹ ਤੇ ਇੱਕ ਪਾਰਟੀਜ਼ਨ ਹੈਗੇ, ਉਹ ਤੇ ਇੱਕ RSS ਦੇ ਵਰਕਰ ਤੌਰ ਤੇ ਕਰ ਰਹੇ ਜਾਂ ਬੀਜੇਪੀ ਦੇ ਲੀਡਰ ਦੇ ਤੌਰ ਤੇ ਕਰ ਰਹੇ, ਉਹ ਪ੍ਰਧਾਨ ਮੰਤਰੀ ਤੌਰ ਤੇ ਨਹੀਂ ਕਰ ਰਹੇ। ਨਹੀਂ ਤੇ ਵਿਰੋਧੀ ਪਾਰਟੀਆਂ ਵਿਰੋਧੀ ਵਿਚਾਰਾਂ ਵਿਰੋਧ UAPA ਜਾਂ ਹੋਰ ਇਹੋ ਜਿਹੇ NIA ਇਹੋ ਜਿਹੇ ਕਾਨੂੰਨ ਲਾਉਣਗੇ, ਕਿਸਾਨਾਂ ਵਿਰੁੱਧ NIA ਲਾਉਣਗੇ। ਜੀ ਪ੍ਰੈਸਾ ਇਸੇ ਕਰਕੇ ਮੇਰਾ ਲੌਜਿਕ ਸੁਣ ਲਓ। ਕਿਉਂਕਿ ਬੀਜੇਪੀ ਪਾਰਟੀਜ਼ਨ ਹੈਗੀ ਹੈ, ਕਿਉਂਕਿ ਬੀਜੇਪੀ ਗਵਰਨਮੈਂਟ ਦੇ ਤੌਰ ਤੇ ਨਹੀਂ ਕੰਮ ਕਰ ਰਹੀ, ਉਹ ਪਾਰਟੀ ਦੇ ਤੌਰ ਤੇ ਕਰ ਰਹੀ ਹੈ। ਅਸੀਂ ਇਹਨਾਂ ਨੂੰ ਕਿਹਾ ਕਿ ਨਹੀਂ ਤੇ ਅਸੀਂ ਗਵਰਨਮੈਂਟ ਨੂੰ ਹਰਾਉਣ ਦੀ ਗੱਲ ਕਰਨੀ, ਅਸੀਂ ਕਿਹਾ ਬੀਜੇਪੀ ਨੂੰ ਹਰਾਓ ਜਿਹੜੀ ਹੁਣ ਪਾਰਟੀ ਉਤਰੀ ਆ, ਤੇ ਦੇਸ਼ ਨੂੰ ਬਚਾਓ। ਇਸ ਕਿਸਮ ਦਾ ਸਾਡਾ ਉੱਤੇ ਪ੍ਰਚਾਰ ਸੀਗਾ ਔਰ ਉਹਦਾ ਅਸਰ ਹੈ। ਬਿਲਕੁਲ ਛੋਟਾ ਜਿਹਾ ਜਵਾਬ ਨਾਲ ਡਾਕਟਰ ਸੰਧੂ ਕਾਫੀ ਦੇਰ ਦਾ ਇੰਤਜ਼ਾਰ ਕਰ ਰਿਹਾ। ਸੋ ਜਿਹੜਾ ਏਦਾਂ ਬਹੁਤ ਵੱਡੇ ਲਾਂਛਨ ਐਲੀਗੇਸ਼ਨ ਲੱਗ ਰਿਹਾ ਭਾਜਪਾ ਵੱਲੋਂ ਕਿ ਕਿਸਾਨ ਨੇਤਾ ਉੱਥੇ ਜਾ ਕੇ ਰਾਜਨੀਤੀ ਕਰ ਰਿਹਾ। ਸੋ ਤੁਸੀਂ ਗਏ ਵੀ ਹੋ, ਉੱਥੇ ਦੇ ਖਿਲਾਫ ਵੋਟਾਂ ਵੀ ਮੰਗੀਆਂ, ਪਰ ਤੁਸੀਂ ਕਹਿ ਰਹੇ ਕਿ ਤੁਸੀਂ ਰਾਜਨੀਤੀ ਨਹੀਂ ਕੀਤੀ ਉੱਥੇ ਜਾ ਕੇ। ਦੇਖੋ, ਇਹਦਾ ਸਮਝ ਦੀ ਗੱਲ ਹੈਗੀ ਆ। ਫਿਰ ਸਾਡਾ ਬਚਾਅ ਕੀ ਹੈ ਜੀ? ਇਹ ਸਾਡੀ ਗੱਲ ਸੁਣਨਾ, ਸਾਨੂੰ ਕਹਿਣ ਕਿ ਇੱਕ ਫੋਨ ਦੀ ਦੂਰੀ ਤੇ ਆ, ਮੁੜ ਕੇ ਫੋਨ ਨੰਬਰ ਵੀ ਨਾ ਦੇਣ, ਸਾਨੂੰ ਪੁੱਛਣ ਨਾ, ਤੇ ਅਸੀਂ ਇੱਥੇ ਚੂੜੀਆਂ ਪਾ ਕੇ ਬੈਠੇ ਰਾਂਗੇ। ਚੂੜੀਆਂ ਨਹੀਂ ਸ਼ਬਦ ਵਰਤਣਾ ਚਾਹੀਦਾ, ਉਹ ਜਾਣੀ ਥੋੜਾ ਗਲਤ ਸ਼ਬਦ ਆ, ਪਰ ਅਸੀਂ ਬੈਠੇ ਥੋੜੀ ਰਾਂਗੇ ਉੱਥੇ ਤੰਬੂ ਦੇ ਵਿੱਚ। ਅਸੀਂ ਪੂਰੇ ਦੇਸ਼ ਦੇ ਵਿੱਚ ਇਹਨਾਂ ਨੂੰ ਜਿਸ ਤਰ੍ਹਾਂ ਵੱਡੇ ਬੋਰਡ ਨੂੰ ਉਖਾੜ ਕੇ ਸੁੱਟ ਦਈਦਾ, ਅਸੀਂ ਇਹਨਾਂ ਨੂੰ ਉਖਾੜ ਕੇ ਸੁੱਟ ਦਾਂਗੇ। ਇਹ ਕੀ ਸਮਝਦੇ ਆ? ਅਸੀਂ ਸਾਰੀ ਜਗ੍ਹਾ ਭੰਡੀ ਪ੍ਰਚਾਰ ਕਰਾਂਗੇ ਤੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ਜਗਾ ਰਹੇ ਆ। ਕੇਰਲਾ, ਮੱਧ ਪ੍ਰਦੇਸ਼, ਉੜੀਸਾ 19 ਤਰੀਕ ਨੂੰ ਬਹੁਤ ਵੱਡੀ ਰੈਲੀ ਹੋਈ ਆ। ਮੱਧ ਪ੍ਰਦੇਸ਼ ਹੁਣੇ ਰੈਲੀ ਹੋਈ ਆ। ਅਸਾਮ 'ਚ ਜੋਗਿੰਦਰ ਯਾਦਵ ਰੈਲੀ ਕਰਕੇ ਆਇਆ। ਸਾਰੇ ਰਾਜਸਥਾਨ 'ਚ ਵੱਡੀਆਂ ਰੈਲੀਆਂ ਹੋ ਰਹੀਆਂ। ਅਸੀਂ ਤੇ ਇਹਨਾਂ ਧੂੜ ਪੱਟ ਦਿਆਂਗੇ। ਹੁਣ ਤਾਂ ਹੀ ਤੇ ਰਾਜਨਾਥ ਸਿੰਘ ਬੋਲਿਆ ਆ, ਤਾਂ ਹੀ ਬੋਲਣਾ ਸ਼ੁਰੂ ਕੀਤਾ ਇਹਨਾਂ ਨੇ। ਜਦ ਤੱਕ ਇਹਨਾਂ ਦੇ ਗਲੇ ਨੂੰ ਨਾ ਫੜੋਗੇ ਉਦੋਂ ਤੱਕ ਇਹ ਆਪਣੇ ਇਹਨਾਂ ਦੇ ਆਨੇ ਥੋੜੀ ਬਾਹਰ ਆਉਣਗੇ। ਜੀ ਪ੍ਰੈਸ ਸਾਹਿਬ, ਗੱਲ ਆ ਗਈ। ਥੈਂਕ ਯੂ ਸਰ। ਡਾਕਟਰ ਸੰਧੂ, ਤੁਸੀਂ ਆਪਣੀ ਗੱਲ ਵੀ ਕਿਉਂ, ਪਰ ਜਿਹੜਾ ਇਸ ਵੇਲੇ ਰਾਜਸੀ ਸੀਨ ਕੌਮੀ ਪੱਧਰ ਤੇ ਬਣ ਰਿਹਾ ਹੈ, ਕੀ ਕਿਸਾਨ ਅੰਦੋਲਨ ਜਿਹੜਾ ਹੈਗਾ ਇਹਦੇ ਤੇ ਕੋਈ ਇੰਪੈਕਟ ਪਾ ਰਿਹਾ ਹੈ? ਦੇਖੋ, ਜਿੱਥੋਂ ਤੱਕ ਤਾਂ ਹੈਗਾ ਤਲਕ ਸਿਆਸਤ ਦਾ, ਇਹ ਜਿਹੜੇ ਕਹਿੰਦੇ ਆ ਕਿ ਕਿਸਾਨ ਲੀਡਰ ਸਿਆਸਤ ਕਰ ਰਹੇ ਆ, ਸਿਆਸੀ ਹੈ। ਕਿਉਂ ਕਿਸਾਨ ਲੀਡਰ ਜਿਹੜੇ ਹਿੰਦੁਸਤਾਨ ਦੇ ਸਿਟੀਜ਼ਨ ਨਹੀਂ ਹੈ, ਉਹ ਸਿਆਸਤ ਕਿਉਂ ਨਹੀਂ ਕਰ ਸਕਦੇ? ਪਹਿਲਾਂ ਤਾਂ ਇਹ ਜਵਾਬ ਦੇਣ, ਕਿਉਂ ਨਹੀਂ ਕਰ ਸਕਦੇ? ਇਹ ਰਾਮ ਦੇ ਨਾਮ ਤੇ ਵੋਟਾਂ ਲੈਂਦੇ ਆ, ਰਿਲੀਜਨ ਦੇ ਨਾਂ ਤੇ ਡਿਵਾਈਡ ਕਰਦੇ ਆ। ਜਿਹੜਾ ਹੱਥਕੰਡਾ ਇਹਨਾਂ ਤੋਂ ਸੂਤ ਆਉਂਦਾ ਡੰਡੇ ਦਾ ਜਾਂ ਗਾਜਰ ਦਾ, ਉਹ ਸਾਰਾ ਵਰਤਦੇ ਆ। ਤੇ ਇਹਨਾਂ ਨੇ ਇੱਕ ਵਰਸੇਜ ਮਿਲੀ ਵੀ ਹੈ ਇਹਨਾਂ ਨੂੰ। ਰਾਜਨੀਤੀ ਤੇ ਕਿਸਾਨ ਨਹੀਂ ਕਰ ਸਕਦੇ, ਕਿਸਾਨ ਕਰ ਸਕਦੇ, ਕਿਸਾਨ ਦਾ ਹੱਕ ਆ, ਕਿਸਾਨ ਰਾਜਨੀਤੀ ਕਰੂਗਾ। ਪਰ ਕਿਸਾਨ ਰਾਜਨੀਤੀ ਤੁਹਾਡੇ ਵਰਗੀ ਨਹੀਂ ਕਰਦਾ। ਕਿਸਾਨ ਰਾਜਨੀਤੀ ਦੇ ਵਿੱਚ ਤੋਂ ਕਹਿੰਦਾ ਮੈਂ ਤੁਹਾਨੂੰ ਢਿੱਡ ਭਰਦੇ ਆ ਤੁਹਾਡਾ, ਸਾਡਾ ਸਿਰਫ ਤੇ ਸਿਰਫ ਜੋ ਮਨ ਦਾ ਮੁੱਲ ਹੈ ਫਸਲ ਦਾ ਉਹ ਦੇ ਦਿਓ। ਔਰ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਸੀ ਬੰਗਾਲੀਆਂ ਦੀ, ਵੀ ਬੰਗਾਲ ਨੂੰ ਕਿਸਾਨ ਨਾਲ ਬਹੁਤਾ, ਕਿਸਾਨ ਪ੍ਰਧਾਨ ਸੂਬਾ ਨਹੀਂ ਹੈ,
ਕਿਸਾਨੀ ਕੱਲੀ ਫਸਲ ਉਗਾਉਣ ਦੀ ਨਹੀਂ ਹੁੰਦੀ। ਰਕੇਸ਼ ਟਿਕਿਆਟ ਨੇ ਬਹੁਤ ਸੋਹਣੇ ਤਰੀਕੇ ਨਾਲ ਉੱਥੇ ਕਿਹਾ ਆਪਦੀ ਸਪੀਚ ਦੇ ਵਿੱਚ ਕਿ ਬੰਗਾਲ ਦੇ ਵਿੱਚ ਫਿਸ਼ਿੰਗ ਬਹੁਤ ਵੱਡੀ ਇੰਡਸਟਰੀ ਹੈ। ਉੱਥੇ ਝੋਨਾ ਵੀ ਹੁੰਦਾ ਵੈਸੇ, ਪਰ ਫਿਸ਼ਿੰਗ ਬਹੁਤ ਵੱਡੀ ਇੰਡਸਟਰੀ ਹੈ। ਔਰ ਫਿਸ਼ਿੰਗ ਇੰਡਸਟਰੀ ਜਿਹੜੀ ਹੈ, ਜਿਵੇਂ ਕਿਸਾਨਾਂ ਦੇ ਨਾਲ ਸਾਥੋਂ ਫਸਲ ਖੋਹ ਕੇ ਸਟੋਰਾਂ 'ਚ ਬੰਦ ਕਰਕੇ ਦੂਜੇ ਆਪਦੇ ਮਰਜ਼ੀ ਦੇ ਮੁੱਲ ਤੇ ਵੇਚਣਗੇ, ਤੁਹਾਡੀਆਂ ਜਿਹੜੀਆਂ ਮੱਛੀਆਂ ਹੈ, ਤੁਹਾਨੂੰ ਜਿਹੜਾ ਮਛੁਆਰਾ ਜਾਂਦਾ ਹੈ ਬਾਹਰ, ਉਹਨੂੰ ਬੰਦ ਕਰਕੇ ਵੱਡੇ ਵੱਡੇ ਟਰੋਲਰ ਲਿਆਉਣਗੇ ਔਰ ਉਹ ਮੱਛੀਆਂ ਥੋਕ 'ਚ ਫੜ ਕੇ ਟਨਾਂ ਦੇ ਟਨ ਜਿਹੜੇ ਉਹ ਪੈਕਿੰਗ ਕਰਕੇ ਵੇਚਦਾ ਕਰਨਗੇ। ਤੁਸੀਂ ਪੈਕਿੰਗ ਜੋਗੇ ਰਹਿ ਜਾਓਗੇ, ਤੁਹਾਡਾ ਆਪਦਾ ਰੁਜ਼ਗਾਰ ਜਿਹੜਾ ਹੈ ਉਹ ਬੰਦ ਹੋ ਜਾਊਗਾ। ਇਸੇ ਤਰ੍ਹਾਂ ਨਿੱਕੇ ਨਿੱਕੇ ਟੋਭਿਆਂ 'ਚ ਮੱਛੀ ਪਾਉਂਦੇ ਆ ਉਹ, ਔਰ ਟੋਭਿਆਂ ਦੀ ਮੱਛੀ ਜਿਹੜੀ ਆ ਲੋਕਲ ਵਿਕਦੀ ਹੈ। ਉਹਨਾਂ ਦਾ ਇਸੇ ਤਰ੍ਹਾਂ ਛੋਟੇ ਕਿਸਾਨ ਨੂੰ ਛੋਟਾ ਛੋਟਾ ਕੀਤਾ ਹੈ। ਸੋ ਬੰਗਾਲ ਦੇ ਵਿੱਚ ਇਹਨਾਂ ਕਾਨੂੰਨਾਂ ਦਾ ਬਿਲਕੁਲ ਅਸਰ ਹੋਊਗਾ। ਹੋਲਡਿੰਗ ਦਾ ਜਿਹੜਾ ਤੀਜਾ ਆਰਡੀਨੈਂਸ ਆ ਹੋਲਡਿੰਗ ਵਾਲਾ, ਉਹਦਾ ਅਸਰ ਹੋਣਾ ਹੀ ਹੋਣਾ ਹੈ। ਕਾਰਪੋਰੇਟਸ ਨੇ ਆਉਣਾ, ਉਹਦਾ ਅਸਰ ਹੋਣਾ ਹੀ ਹੋਣਾ ਹੈ। ਔਰ ਮੈਂ ਸ਼ਾਬਾਸ਼ ਦਿੰਦਾ ਇਹ ਸਾਰੇ ਸੰਗਠਨਾਂ ਨੂੰ, ਮੇਰੇ ਭਰਾ ਨੂੰ, ਪ੍ਰੋਫੈਸਰ ਮਨਜੀਤ ਸਿੰਘ ਨੂੰ, ਜਿਹੜੇ ਜਾ ਕੇ ਬੰਗਾਲ 'ਚ ਕਰਕੇ ਆ। ਤੁਸੀਂ ਦੇਖਿਓ, ਇਹ ਮੈਂ ਇੱਕ ਹੋਰ ਬੇਨਤੀ ਕਰਦਾ ਪ੍ਰੋਫੈਸਰ ਸਾਹਿਬ, ਜਿੱਥੇ ਵੀ ਜਾਂਦੇ ਹੋ ਈਵੀਐਮ ਦੇ ਉਲਟ ਬੋਲੋ, ਈਵੀਐਮ ਤੋਂ ਬੋਲ ਰਹੇ ਹਾਂ। ओके सर, कहते आप ईवीएम ਤੇ ਵੱਖਰੇ ਤੌਰ ਤੇ ਆਪਣਾ ਵੱਖਰੇ ਤੌਰ ਤੇ ਲੈ ਲਾਂਗੇ। ਡਾਕਟਰ ਸੰਧੂ ਅੱਜ ਸਾਰਾ ਏਜੰਡਾ ਤੈਅ ਨਾ ਕਰੀਏ ਜੀ। ਚਲੋ ਓਕੇ ਲਾਸਟ ਗੱਲ ਇਹ ਹੈ ਆਪਾਂ ਈਵੀਐਮ ਤੇ ਕਿਤੇ ਸਪੈਸ਼ਲ ਰੱਖ ਲਾਂਗੇ। ਥੈਂਕ ਯੂ ਵੈਰੀ ਮਚ। ਗਰੇਵਾਲ ਜੀ, ਜਦੋਂ ਆਪਾਂ ਕਿਸਾਨ ਆਗੂਆਂ ਦੀ ਗੱਲ ਕਰਦੇ ਆਂ, ਚਲੋ ਰਾਜਸੀ ਤੌਰ ਤੇ ਜਿਹੜਾ ਕਿ ਕਾਂਗਰਸ ਪਾਰਟੀ ਦਾ ਆਪਣਾ ਇੱਕ ਗੱਲ ਕਹਿਣ ਦਾ ਢੰਗ ਜਾਂ ਭਾਜਪਾ ਤੇ ਹਮਲੇ ਦੀ ਗੱਲ ਹੁੰਦੀ ਹੈ, ਪਰ ਕਿਸਾਨ ਆਗੂ ਲਗਾਤਾਰ ਇਹ ਕਹਿ ਰਹੇ ਵੀ ਅਸੀਂ ਤਾਂ ਕੋਈ ਰਾਜਨੀਤੀ ਨਹੀਂ ਕਰ ਰਹੇ। ਖਾਸ ਤੌਰ ਤੇ ਜਦੋਂ ਰਾਜਨਾਥ ਸਿੰਘ ਵਰਗੇ ਨੇਤਾ ਐਡੇ ਸੀਨੀਅਰ ਕਦਾਵਰ ਲੋਕ ਇਹ ਕਹਿ ਰਹੇ ਹੈ ਕਿ ਸਾਨੂੰ ਗੱਲਬਾਤ ਕਰਨੀ ਚਾਹੀਦੀ ਹੈ। ਉਹ ਕਹਿੰਦੇ ਫਿਰ ਰਾਜਨੀਤੀ ਕਿੱਥੋਂ ਹੋਈ? ਰਾਜਨੀਤੀ ਦੀ ਗੱਲ ਹੈ ਤਾਂ ਕਹਿੰਦੇ ਆਓ ਆਪਾਂ ਇਕੱਠੇ ਚੱਲਦੇ ਹਾਂ, ਚੱਲ ਕੇ ਲੋਕਾਂ 'ਚ ਜਾ ਕੇ ਗੱਲ ਕਰਦੇ ਹਾਂ ਕਿ ਕੌਣ ਰਾਜਨੀਤੀ ਕਰ ਰਿਹਾ। ਜਗਤਾਰ ਜੀ, ਇਹ ਕਹਿਣ ਦੀਆਂ ਗੱਲਾਂ ਨੇ। ਹੁਣ ਵੈਸਟ ਬੰਗਾਲ 'ਚ ਜਾਣਾ ਉਹ ਕੋਈ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਹੈ। ਕੋਈ ਕਿਸਾਨ ਦਾ ਹਿੱਤ ਥੋੜ੍ਹਾ ਹੈਗਾ ਉੱਥੇ ਜਾ ਕੇ ਹੋਣਾ। ਔਰ ਜਿਹੜੀਆਂ ਬਾਕੀ ਗੱਲਾਂ ਕਰਦੇ ਨੇ, ਔਰ ਇਹਨਾਂ ਨੇ ਚਲਾ ਰੱਖਿਆ ਸਾਰਾ ਅੰਦੋਲਨ ਅੱਗੇ ਵਧਾ ਰਹੇ ਆ। ਜਦੋਂ ਇਹਨਾਂ ਦੀਆਂ ਸਾਰੀਆਂ ਗੱਲਾਂ ਮੰਨ ਲਈਆਂ, ਉਸ ਤੋਂ ਬਾਅਦ ਉੱਥੇ ਜਾ ਕੇ ਜਿੱਦ ਕਰਦੇ ਆ ਯੈਸ ਔਰ ਨੋ, ਜਿੱਤਾਂਗੇ ਜਾਂ ਮਰਾਂਗੇ। ਇਹ ਕੀ ਆ? ਜਾਂ ਤਾਂ ਇਹਨੂੰ ਕੀ ਕਹਾਂਗੇ, ਰਾਜਨੀਤੀ ਕਹਾਂਗੇ ਨਾ। ਔਰ ਉਹਦੇ 'ਚ ਦੂਸਰੀ ਗੱਲ ਜਿਹੜੀ ਆ, ਜਦੋਂ ਅਸੀਂ ਇਹ ਕਿਹਾ ਹੈਗਾ ਕਿ ਵੀ ਭਾਈ ਉੱਥੇ ਐਗਰੀਕਲਚਰ ਮਿਨਿਸਟਰ ਨੇ ਕਿਹਾ ਕਿ ਤੁਹਾਡੀਆਂ ਸਾਰੀਆਂ ਗੱਲਾਂ ਮੰਨ ਲਈਆਂ, ਹੁਣ ਕੋਈ ਨਵੀਂ ਪ੍ਰਪੋਜ਼ਲ ਆ ਤਾਂ ਉਹ ਦੱਸ ਦਿਓ, ਉਹ ਵੀ ਆਪਾਂ ਅੱਗੇ ਡਿਸਕਸ ਕਰ ਲਾਂਗੇ। ਹੁਣ ਤੁਸੀਂ ਦੱਸਣਾ ਹੈਗਾ, ਜਦੋਂ ਕਹੋਗੇ ਉਦੋਂ ਹੀ ਡਿਸਕਸ ਕਰ ਲਾਂਗੇ। ਤੇ ਹੁਣ ਦੱਸ ਦੇਣ ਜੇ ਕੋਈ ਨਵੀਂ ਪ੍ਰਪੋਜ਼ਲ ਆ। ਕਾਨੂੰਨ ਤਾਂ ਰੱਦ ਨਹੀਂ ਹੋਣੇ, ਇਹ ਤਾਂ ਇਹ ਭੁੱਲ ਜਾਣ। ਉਹਨਾਂ ਜਿਹੜੀਆਂ ਸੋਧਾਂ ਨੇ ਉਹ ਹੋ ਸਕਦੀਆਂ ਨੇ, ਠੀਕ ਹੈ। ਇਹ ਸਰਕਾਰ ਦੀ ਪਾਲਿਸੀ ਹੈ। ਜਦੋਂ ਤੁਸੀਂ ਕਹਿੰਦੇ ਹੋ ਜਦੋਂ ਤੁਸੀਂ ਕਹਿੰਦੇ ਹੋ ਕਿ ਕਾਨੂੰਨ ਰੱਦ ਨਹੀਂ ਹੋਣੇ, ਤਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਕਹਿਣਾ ਕਿ ਗੱਲਬਾਤ ਦੀ ਟੇਬਲ ਤੇ ਆ ਕੇ ਇਹ ਗੱਲ ਰਾਜਨਾਥ ਨੂੰ ਵੀ ਭਲੀ ਭਾਂਤ ਪਤਾ ਹੋਏਗੀ ਕਿ ਕਿਸਾਨ ਕਹਿ ਰਹੇ ਆ ਕਾਨੂੰਨ ਰੱਦ ਕਰੇ ਤੋਂ ਬਗੈਰ ਗੱਲ ਨਹੀਂ ਹੋਏਗੀ। ਫਿਰ ਰਾਜਨਾਥ ਸਿੰਘ ਕਿਉਂ ਇਹ ਗੱਲ ਕਹਿ ਰਹੇ ਕਿ ਗੱਲਬਾਤ ਦੀ ਮੇਜ਼ ਤੇ ਆਉਣਾ ਚਾਹੀਦਾ ਹੈ? ਨਹੀਂ ਗੱਲ ਹੋਏਗੀ। ਜੇ ਕਹਿੰਦੇ ਕਾਨੂੰਨ ਰੱਦ ਹੀ ਕਰਾਉਣੇ, ਫਿਰ ਉਹ ਤਾਂ ਰੱਦ ਨਹੀਂ ਹੋਣੇ। ਉਹਦੀ ਗੱਲ ਕਰਨ ਦਾ ਫਾਇਦਾ ਹੀ ਨਹੀਂ। ਜੇ ਕੋਈ ਹੋਰ ਪ੍ਰਪੋਜ਼ਲ ਉਸ ਤੋਂ ਬਿਨਾਂ ਹੈਗੀ ਆ, ਉਹ ਦੱਸ ਦੇਣ, ਉਹ ਕਰ ਦਿੰਦੇ ਆ। ਉਹ ਇਹਨਾਂ ਦੇ ਲਈ ਤਿਆਰ ਆ ਹਮੇਸ਼ਾ। ਤੇ ਜੇ ਗੱਲ ਹੀ ਨਹੀਂ ਕਰਨਾ ਚਾਹੁੰਦੇ, ਇਹ ਤਾਂ ਇੱਕ ਦੇਸ਼ ਦਾ, ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ। ਕੁਛ ਲੋਕਾਂ ਦੀ ਮਨਸ਼ਾ ਇਹਨੂੰ ਸਿੱਖ ਐਜੀਟੇਸ਼ਨ ਬਣਾਉਣ ਦੀ ਆ, ਕੁਛ ਮਨਸ਼ਾ ਕਿਸੇ ਤਰੀਕੇ ਦੀ ਆ। ਗਰੇਵਾਲ ਜੀ ਇਸ ਗੱਲ ਦੇ ਲਈ ਮਾਫੀ ਕਿ ਤੁਸੀਂ ਕਹਿੰਦੇ ਹੋ ਕਿ ਦੇਸ਼ ਦਾ ਮਾਹੌਲ, ਘੱਟੋ ਘੱਟ ਕਿਸਾਨ ਜਿਹੜਾ ਹੈਗਾ, ਜਿਹਦਾ ਪੁੱਤ ਬਾਰਡਰ ਤੇ ਲੜਦਾ ਹੈ, ਜਿਹਦੇ ਪੁੱਤ ਸ਼ਹਾਦਤਾਂ ਦੇ ਰਹੇ ਦੇਸ਼ ਦੀ ਖਾਤਰ, ਉਹ ਇਹ ਨਹੀਂ ਕਰ ਸਕਦੇ ਕਿ ਦੇਸ਼ ਦਾ ਮਾਹੌਲ ਵਿਗਾੜਨਾ ਚਾਹੁੰਦੇ। ਦੇਖੋ, ਜੇ ਆਪਣੇ ਮੁੱਦਿਆਂ ਦੀ ਲੜਾਈ ਲੜ ਰਿਹਾ ਤਾਂ ਉਹਨੂੰ ਫਿਰਕੂ ਰੰਗ ਦੇ ਕੇ ਬਦਨਾਮ ਕਰਨਾ, ਉਹ ਕਹਿੰਦੇ ਕਿ ਸਾਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇਹ ਗੱਲ ਨਹੀਂ ਹੋ ਸਕਦੀ ਗਰੇਵਾਲ ਜੀ ਕਿ ਬਾਰਡਰ ਤੇ ਲੜਨ ਵਾਲੇ ਲੋਕ ਜਿਹੜੇ ਹੈਗੇ ਆ ਉਹ ਦੇਸ਼ ਦੇ ਲਈ ਮੁਖਾਲਫਤ ਨਹੀਂ ਕਰ ਸਕਦੇ, ਦੇਸ਼ ਦੇ ਵਿਰੋਧੀ ਨਹੀਂ ਹੋ ਸਕਦੇ। ਇਸ ਤਰ੍ਹਾਂ ਉਹ ਜਿਹੜੇ ਕਿਸਾਨ ਸੜਕਾਂ ਤੇ ਬੈਠੇ ਆ, ਉਹ ਦੇਸ਼ ਦੇ ਵਿਰੋਧੀ ਨਹੀਂ ਹੈ। ਪਰ ਜਿਹੜੇ ਇਹਨਾਂ ਦੇ ਕਿਸਾਨ ਲੀਡਰ ਨੇ, ਉਹਨਾਂ ਦੀ ਮਨਸ਼ਾ ਹੋਰ ਆ। ਔਰ ਉਹਦੇ 'ਚ ਅਲੱਗ-ਅਲੱਗ ਵਿਚਾਰਧਾਰਾ ਦੇ ਲੋਕ ਆ। ਉਹ ਆਪਣੀ ਵਿਚਾਰਧਾਰਾ ਦੇ ਪੂਰਕ ਨੇ, ਆਪਣੀ ਰਾਜਨੀਤੀ ਹਿੱਤ ਸੇਕ ਰਹੇ ਆ, ਉਹਦੀਆਂ ਰੋਟੀਆਂ ਸੇਕ ਰਹੇ ਆ। ਕਿਸਾਨ ਦਾ ਹਿੱਤ ਨਹੀਂ ਕਰ ਰਹੇ। ਜੇ ਕਿਸਾਨ ਦਾ ਹਿੱਤ ਹੋਵੇ ਤਾਂ ਇਹਨਾਂ ਦੀਆਂ ਸਾਰੀਆਂ ਗੱਲਾਂ ਮੰਨ ਲਈਆਂ ਸੀ, ਅੰਦੋਲਨ ਨੂੰ ਖਤਮ ਕਰ ਦਿੰਦੇ। ਇਹਨਾਂ ਨੇ ਅੰਦੋਲਨ ਖਤਮ ਨਹੀਂ ਕਰਨਾ ਚਾਹੁੰਦੇ। ਇਹ ਇਹਨਾਂ ਦਾ ਜਿੰਨਾ ਚਿਰ ਪਰ ਏਕੜ ਇਹਨਾਂ ਨੂੰ ਪੈਸੇ ਮਿਲਦੇ ਰਹਿਣਗੇ ਕਿਸਾਨਾਂ ਕੋਲੋਂ, ਇਹ ਹਟ ਜਾਣੇ ਆ। ਕਿਸਾਨਾਂ ਨੂੰ ਸਮਝ ਆ ਜਾਣੀ ਹੈ। ਮੈਂ ਤੁਹਾਨੂੰ ਅੱਜ ਦੱਸਦਾ, ਇਹ ਮਹੀਨੇ 2 ਮਹੀਨੇ 'ਚ ਆ ਜਾਣੀ ਹੈ ਸਾਰੀ। ਗਰੇਵਾਲ ਸਾਹਿਬ ਦੇਖੋ, ਜਿਹੜਾ ਅੰਦੋਲਨ ਜਿਹਨੇ ਗਰਮੀਆਂ ਲਗਾਈਆਂ, ਗਰੇਵਾਲ ਸਾਹਿਬ ਜੀ ਨੇ ਸਰਦੀਆਂ ਲਗਾਈਆਂ, ਤੁਸੀਂ ਆਪ ਵੀ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੇ ਹੋ।
ਜਿਹੜੇ ਲੋਕ 300 ਤੋਂ ਵੱਧ ਲੋਕਾਂ ਨੇ ਸ਼ਹਾਦਤਾਂ ਦੇ ਦਿੱਤੀਆਂ, ਕਿਸੇ ਦਾ ਇਕਲੌਤਾ ਪੁੱਤ ਮਾਰਿਆ ਗਿਆ, ਕਿਸੇ ਦਾ ਬਾਪ ਮਾਰਿਆ ਗਿਆ, ਕਿਸੇ ਦਾ ਭਰਾ ਮਾਰਿਆ ਗਿਆ। ਹੁਣ ਉਹਨਾਂ ਨਾਲ ਗਰੇਵਾਲ ਜੀ ਜਦੋਂ ਆਪਾਂ ਗੱਲ ਕਰਦੇ ਨਾ ਰਾਜਨੀਤੀ ਦੀ, ਦੇਖੋ ਤੁਸੀਂ ਬੰਗਾਲ ਦੀ ਗੱਲ ਕਰ ਰਹੇ ਹੋ, ਬੰਗਾਲ ਦੇ ਵਿੱਚ ਅਮਿਤ ਸ਼ਾਹ ਜਾ ਕੇ ਗੱਲ ਕਹਿ ਰਿਹਾ ਹੈ ਮਮਤਾ ਬਾਰੇ ਕਿ ਮਮਤਾ ਜੀ ਜਿਹੜੀ ਤੁਹਾਨੂੰ ਟੰਗ ਦੀ ਜਿਹੜੀ ਚੋਟ ਲੱਗੀ ਹੈ ਉਹਦੀ ਤਕਲੀਫ ਤਾਂ ਬਹੁਤ ਜ਼ਿਆਦਾ ਹੈ, ਪਰ ਜੇ ਭਾਜਪਾ ਦੇ ਜਿਹੜੇ ਵਰਕਰ ਮਾਰੇ ਗਏ ਉਹਨਾਂ ਦੀ ਤਕਲੀਫ ਨਹੀਂ। ਤੇ ਗਰੇਵਾਲ ਜੀ ਅਮਿਤ ਸ਼ਾਹ ਨੂੰ ਜਿਹੜੇ ਕਿਸਾਨ ਮਾਰੇ ਗਏ ਉਹਨਾਂ ਦੀ ਤਕਲੀਫ ਕਿਉਂ ਨਹੀਂ ਮਹਿਸੂਸ ਹੁੰਦੀ? ਇਹ ਵੀ ਤਾਂ ਰਾਜਨੀਤੀ ਹੈ ਨਾ। ਉਹ ਬੰਗਾਲ 'ਚ ਮਾਰੇ ਗਏ ਆ, ਬੰਗਾਲ 'ਚ ਸਾਡੇ ਵਰਕਰ ਮਾਰੇ ਗਏ ਆ। ਉਹਦੇ ਲਈ ਰਾਜੇਵਾਲ ਸਾਹਿਬ ਨੂੰ ਜਾ ਕੇ ਇਹਨਾਂ ਨੂੰ ਲੀਡਰਾਂ ਨੂੰ ਸ਼ਰਧਾਂਜਲੀ ਦੇਣੀ ਚਾਹੀਦੀ ਸੀ, ਸ਼ਰਧਾ ਤੇ ਸਤਿਕਾਰ ਭੇਟ ਕਰਨਾ ਚਾਹੀਦਾ ਸੀ ਉਹਨਾਂ ਵਰਕਰਾਂ ਲਈ। ਕੀਤਾ ਇਹਨਾਂ ਨੇ ਜਿਹੜਾ ਅਸੀਂ ਇਹਨਾਂ ਦੀ ਗੱਲ ਕਰਾਂਗੇ। ਸਰ ਉਹਨਾਂ ਦੀ ਗੱਲ ਤਾਂ ਮੰਨੀ ਜਾਣੀ ਚਾਹੀਦੀ ਹੈ ਨਾ, ਜਿਹੜੇ ਲੋਕ 300 ਲੋਕ ਸ਼ਹਾਦਤਾਂ ਦੇ ਗਏ ਹੈ। ਅਰੇ ਬਾਈ ਗੱਲ ਇੰਨੀਆਂ ਸੋਧਾਂ ਕਰਨ ਨੂੰ ਮੰਨ ਲਈਆਂ, ਹੋਰ ਗੱਲ ਕੀ ਮੰਨ ਲਈ ਇਹਨਾਂ ਦੀ ਜੀ? ਉਸ ਤੋਂ ਜ਼ਿਆਦਾ ਗੱਲ ਨਹੀਂ ਮੰਨੀ ਜਾ ਸਕਦੀ ਜਿੰਨੀ ਮੰਨਣੀ ਸੀ ਮੰਨ ਲਈ। ਹੁਣ ਨਵੀਂ ਪ੍ਰਪੋਜ਼ਲ ਇਹ ਦੱਸਣ ਕਿਹਦੇ ਤੇ ਐਗਰੀ ਹੁੰਦੇ ਆ ਤਾਂ ਗੱਲ ਹੋਊਗੀ, ਉਸ ਤੋਂ ਬਿਨਾਂ ਕੀ ਗੱਲ ਕਰੀਏ? ਜਿਹੜਾ ਕਹਿੰਦੇ ਕਾਨੂੰਨ ਹੀ ਰੱਦ ਕਰੋ ਤਾਂ ਹੁਣੇ ਨਹੀਂ, ਉਹ ਤਾਂ ਇਹਨਾਂ ਨੂੰ ਪਹਿਲਾਂ ਵੀ ਦੱਸਤਾ, ਹੁਣ ਵੀ ਕਹਿਤਾ, ਅੱਗੇ ਲਈ ਵੀ ਕਹਿਤਾ, ਉਹ ਕੋਈ ਗੱਲ ਨਹੀਂ ਹੈ। ਕਾਨੂੰਨਾਂ ਦੀ ਤਾਂ ਜਿੱਦ ਫੜੀ ਹੋਈ ਹੈ ਇਹਨਾਂ ਨੇ, ਹੋਰ ਕੁਛ ਨਹੀਂ ਹੈ। ਗਰੇਵਾਲ ਸਾਹਿਬ ਉਹ ਕਹਿੰਦੇ ਜਦੋਂ ਕਾਨੂੰਨਾਂ 'ਚ ਐਡੀ ਵੱਡੀ ਸੋਧ ਕੀਤੀ ਜਾ ਸਕਦੀ ਹੈ, ਕਾਨੂੰਨ ਕਿਸੇ ਕੰਮ ਦੇ ਨਹੀਂ ਰਹੇ, ਤਾਂ ਫਿਰ ਗੱਲਬਾਤ ਦੀ ਮੇਜ਼ ਤੇ ਦੇਖੋ 22 ਜਨਵਰੀ ਤੋਂ ਬਾਅਦ ਗਰੇਵਾਲ ਜੀ ਕੋਈ ਡਾਇਲਾਗ ਨਹੀਂ ਹੋਇਆ। ਪ੍ਰਧਾਨ ਮੰਤਰੀ ਨੇ ਕਿਹਾ ਸੀ ਇੱਕ ਫੋਨ ਕਾਲ ਦੀ ਗੱਲ ਹੈ, ਇੱਕ ਮਿੰਟ ਜਗਤਾਰ ਦੀ ਗੱਲ, ਪਰ 22 ਜਨਵਰੀ ਤੋਂ ਬਾਅਦ ਨੋ ਡਾਇਲਾਗ। 7 ਘੰਟੇ ਸਾਡੇ ਮਿਨਿਸਟਰ 11 ਵਾਰ ਇਹਨਾਂ ਨਾਲ ਬੈਠੇ ਨੇ, 7 ਘੰਟੇ, ਔਰ ਇਹ ਕਦੇ ਤਾਂ ਕੁਰਸੀਆਂ ਦੀ ਪਿੱਠ ਕਰਕੇ ਬੈਠ ਜਾਂਦੇ ਸੀ, ਕਦੇ ਮੂੰਹ ਤੇ ਉਂਗਲਾਂ ਰੱਖ ਕੇ ਬੈਠ ਜਾਂਦੇ ਸੀ, ਕਦੇ ਜੈਸ ਔਰ ਨੋ ਲਿਖ ਕੇ ਬੈਠ ਜਾਂਦੇ ਸੀ, ਕਦੇ ਜਿੱਤਾਂਗੇ ਜਾਂ ਮਰਾਂਗੇ ਬੈਠ ਜਾਂਦੇ ਸੀ। ਇਹ ਹਿੰਦੁਸਤਾਨ ਪਾਕਿਸਤਾਨ ਦਾ ਯੁੱਧ ਹੈ, ਇਹ ਗੱਲ ਕਰਨ ਦਾ ਤਰੀਕਾ, ਇਹ ਕਿਸਾਨ ਦੇ ਹਿੱਤਾਂ ਲਈ ਸੰਜੀਦਾ ਨਹੀਂ ਹੈਗੇ। ਇਹ ਆਪਣੇ ਹਿੱਤ ਸਾਧ ਰਹੇ, ਰਾਜਨੀਤਿਕ ਹਿੱਤ ਰੋਟੀਆਂ ਸੇਕ ਰਹੇ ਆ ਜਿਹੜੇ ਕਿਸਾਨ ਲੀਡਰ ਆ। ਤੇ ਇਹ ਜਿੱਦਣ ਕਿਸਾਨ ਨੂੰ ਸਮਝ ਆ ਗਈ, ਇਹਨਾਂ ਨੂੰ ਭੱਜੇ ਹੋਏ ਰਾਹ ਨਹੀਂ ਲੱਭਣਾ ਕਿਸਾਨਾਂ ਕੋਲੋਂ। ਜੀ ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਸਿਰਸਾ ਜੀ ਲਾਸਟ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਜਦੋਂ ਆਪਾਂ ਕਿਸਾਨ ਅੰਦੋਲਨ ਦੀ ਗੱਲ ਕਰਦੇ ਹਾਂ, ਆਉਣ ਵਾਲੇ ਦਿਨਾਂ 'ਚ ਸਾਡੇ ਸਾਹਮਣੇ ਹੈ 23 ਮਾਰਚ ਸ਼ਹਾਦਤ ਦਾ ਦਿਨ, ਸਾਡੇ ਸਾਹਮਣੇ ਹੈ 26 ਜਦੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ। ਕਿਹੋ ਜਿਹੀਆਂ ਤਿਆਰੀਆਂ ਇਹ ਸਾਰੀ ਲੜਾਈ ਦੇ ਮੱਦੇਨਜ਼ਰ, ਕਿਉਂਕਿ ਭਾਜਪਾ ਅਜੇ ਵੀ ਉੱਥੇ ਦੀ ਉੱਥੇ ਖੜੀ ਹੈ ਤੇ ਤੁਸੀਂ ਨਵਾਂ ਪ੍ਰੋਗਰਾਮ ਦੇ ਰਹੇ ਹੋ। ਅੱਜ ਵੀ ਤੁਹਾਡੇ ਸਿੰਘੂ ਬਾਰਡਰ ਤੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਇਹਨਾਂ ਮੁੱਦਿਆਂ ਤੇ ਹੋ ਰਹੀ ਹੈ। ਕੀ ਸੁਨੇਹਾ ਦੇਣਾ ਚਾਹੁੰਦੇ ਆ ਇਸ ਅੰਦੋਲਨ ਦੇ, ਚਾਹੇ 26 ਦੀ ਗੱਲ ਕਰ ਲਈਏ, ਚਾਹੇ 23 ਮਾਰਚ ਦੀ ਗੱਲ ਕਰ ਲਈਏ, ਚਾਹੇ ਸਮੁੱਚੇ ਅੰਦੋਲਨ ਦੀ? ਜੀ ਸਰਸਾ ਜੀ। ਬੇਨਤੀ ਆ ਕਿ ਅਸੀਂ ਇਸ ਅੰਦੋਲਨ ਨੂੰ ਹੋਰ ਤੇਜ਼ ਕਰਨ ਵਾਸਤੇ, ਜਿਸ ਤਰ੍ਹਾਂ ਪਹਿਲਾਂ ਅਸੀਂ ਕਿਸਾਨਾਂ ਨੂੰ ਜਾਗਰੂਕ ਕਰ ਚੁੱਕੇ ਹਾਂ, ਅੱਜ ਪੂਰੇ ਭਾਰਤ ਦਾ ਕਿਸਾਨ ਉਹ ਸਮਝ ਗਿਆ। ਤੇ ਇਸ ਤੋਂ ਅਗਲੀ ਗੱਲ, ਹੁਣ ਅਸੀਂ ਜਿਹੜੇ ਸਾਡੇ ਦਲਿਤ ਵੀਰ ਨੇ ਉਹਨਾਂ ਨੂੰ ਦੱਸਣਾ ਵੀ ਭਾਈ ਇਹ ਇਕੱਲਾ ਸਾਡਾ ਨੁਕਸਾਨ ਨਹੀਂ, ਇਹ ਤੁਹਾਡਾ ਵੀ ਆ, ਤੁਹਾਡੇ ਤੇ ਸਾਡੇ ਤੋਂ ਪਹਿਲਾਂ ਗੱਲ ਕਰਨੀ ਆ। ਉਹਨਾਂ ਲੋਕਾਂ ਨੂੰ ਸਮਝਾਉਣਾ ਵਿਹੜਿਆਂ 'ਚ ਜਾ ਕੇ, ਉਸੇ ਨਾਲ ਛੋਟੇ ਦੁਕਾਨਦਾਰ ਤੋਂ ਲੈ ਕੇ ਵੱਡੇ ਦੁਕਾਨਦਾਰ ਆ ਜਿਹੜੇ ਮਾਲ ਨੇ ਅਬਾਨੀਆਂ ਡਾਨੀਆਂ ਦੇ, ਇਹਨਾਂ ਨੂੰ ਛੱਡ ਕੇ ਕਾਰਖਾਨੇਦਾਰ ਅਤੇ ਜਿੰਨੇ ਵੀ ਮੁਲਾਜ਼ਮ ਜਥੇਬੰਦੀਆਂ ਅਤੇ ਜਿੰਨੇ ਵੀ ਟਰਾਂਸਪੋਰਟਰ ਨੇ, ਉਹ ਟਰਾਂਸਪੋਰਟਰ ਵੀ ਸਮਝ ਚੁੱਕਾ, ਪਰ ਜਿਹੜੇ ਦੁਕਾਨਦਾਰ ਨੇ ਉਹਨਾਂ ਲੋਕਾਂ ਨੂੰ ਸਮਝਾਉਣਾ ਤੇ ਜਿਹੜੇ ਸਾਡੇ ਦਲਿਤ ਵੀਰ ਨੇ ਉਹਨਾਂ ਨੂੰ ਸਮਝਾਉਣਾ ਇਸ ਟਾਈਮ ਤੇ ਸਾਡੇ ਸਾਹਮਣੇ ਮੁੱਖ ਮੁੱਦਾ ਹੈ। ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਨਾਲ ਲੈਣ ਵਾਸਤੇ ਇਹ ਉਪਰਾਲੇ ਕਰ ਰਹੇ ਹਾਂ ਅਤੇ ਉਹਨਾਂ ਨੂੰ ਇਹ ਦੱਸਣ 'ਚ, ਜਿਵੇਂ ਕਿਸਾਨ ਨੂੰ ਦੱਸਣ 'ਚ ਕਾਮਯਾਬ ਹੋਏ ਆ, ਇਸੇ ਤਰ੍ਹਾਂ ਅੱਗੇ ਹੋਵਾਂਗੇ। ਅਤੇ ਬੀਜੇਪੀ ਦੇ ਨੱਕ 'ਚ ਦਮ ਕਰਨੇ, ਇਹਨਾਂ ਨੂੰ ਲੋਹੇ ਦੇ ਚਣੇ ਇਹੋ ਜਿਹੇ ਚਬਾਵਾਂਗੇ। ਇਹਨਾਂ ਨੇ ਹੁਣ ਤੱਕ ਸਾਰੇ ષਡਯੰਤਰ ਫੇਲ ਹੋਏ ਨੇ, ਫੇਲ ਹੋਣਗੇ, ਜੋ ਮਰਜ਼ੀ ਸਾਨੂੰ ਕੋਈ ਪਰਵਾਹ ਨਹੀਂ। ਅਸੀਂ ਹੁਣ ਇਸ ਸੰਘਰਸ਼ ਨੂੰ ਜਿੱਤਣ ਵਾਸਤੇ ਅੱਗੇ ਤੋਂ ਅੱਗੇ ਵਧ ਰਹੇ ਹਾਂ, ਔਰ ਸਾਡੀ ਆਪਸੀ ਭਾਈਚਾਰਕ ਸਾਂਝ ਤੇ ਇੱਕ ਦੂਸਰੇ ਦੇ ਨਾਲ ਜਿਹੜੀ ਨੇੜਤਾ ਤੇ ਸੂਝ-ਬੂਝ ਜਿਹੜੀ ਆ ਉਹਦੇ ਨਾਲ ਅਸੀਂ ਚੱਲ ਕੇ ਤੇ ਸਾਰੇ ਇਕੱਠੇ ਹੋ ਕੇ ਇਹ ਅਬਾਨੀਆਂ ਡਾਨੀਆਂ ਦੀ ਜਿਹੜੀ ਇਹ ਕਾਰਪੋਰੇਟ ਘਰਾਣਿਆਂ ਦੀ ਇਹ ਲੁੱਟ ਆ ਉਹਨੂੰ ਰੋਕਾਂਗੇ। ਤੇ ਮੋਦੀ ਤੇ ਅਮਿਤ ਸ਼ਾਹ ਜੋੜੀ ਜਿਨ੍ਹਾਂ ਨੇ ਜੱਜਾਂ ਦੇ ਕਤਲ ਕਰਾਤੇ, ਇਹਨਾਂ ਲੋਕਾਂ ਨੂੰ ਦੱਸ ਦਿਆਂਗੇ ਕਿ ਤੁਸੀਂ ਲੋਕ ਨਕਾਰੇ ਜਾ ਚੁੱਕੇ ਹੋ
ਤੇ ਤੁਹਾਨੂੰ ਹੁਣ ਤੁਹਾਡੀ ਗੱਲ ਸੁਣਨ ਨੂੰ ਕੋਈ ਤਿਆਰ ਨਹੀਂ ਤੇ ਇਹਨਾਂ ਦੀ ਪਾਰਟੀ ਦੇ ਵਿੱਚੋਂ ਇੱਕ ਐਸਾ ਵਿਦਰੋਹ ਪੈਦਾ ਹੋਵੇਗਾ ਕਿ ਇਹਨਾਂ ਨੂੰ ਨਾਨੀ ਸੁੱਖਣੇ ਯਾਦ ਆ ਜਾਣਗੇ ਤੇ ਅਸੀਂ ਇਸ ਸੰਘਰਸ਼ ਨੂੰ ਅੱਗੇ ਲੈ ਕੇ ਹੋਰ ਵਧਦੇ ਜਾ ਰਹੇ ਹਾਂ। ਮਹਿਮਾਨਾਂ ਦਾ ਧੰਨਵਾਦ। ਗਰੇਵਾਲ ਜੀ, ਡਾਕਟਰ ਸੰਧੂ, ਪ੍ਰੋਫੈਸਰ ਮਨਜੀਤ ਸਿੰਘ, ਕਿਸਾਨ ਨੇਤਾ ਸਿਰਸਾ ਜੀ, ਜਿਹੜੇ ਮੇਰੀ ਬੇਨਤੀ ਪ੍ਰਵਾਨ ਕਰਕੇ ਸਾਡੇ ਪੈਨਲ ਤੇ ਸਾਡੇ ਚੈਨਲ ਤੇ ਇਹਨਾਂ ਮੁੱਦਿਆਂ ਦੇ ਉੱਤੇ ਆਏ। ਬਹਿਸ ਦੇ ਅੰਦਰ ਬਿਲਕੁਲ ਸੁਭਾਵਿਕ ਹੈ ਕਿ ਰਾਏ ਅਲੱਗ-ਅਲੱਗ ਜਿੱਦਾਂ ਮੈਂ ਕਹਿਣਾ ਹੁੰਦੀ ਹੈ, ਪਰ ਇੱਕ ਗੱਲ ਜਿਹੜੀ ਸਾਫ਼ ਤੌਰ ਤੇ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਕਿਸਾਨ ਲੰਬੀ ਲੜਾਈ ਲੜਨ ਦੇ ਰੌਂ ਵਿੱਚ ਹੈ। ਇੱਕ ਪਾਸੇ ਕੇਂਦਰ ਸਰਕਾਰ ਇਹ ਕਹਿ ਰਹੀ ਹੈ ਕਿ ਗੱਲਬਾਤ ਕਰਨ ਲਈ ਤਿਆਰ ਹੈ, ਦੂਜੇ ਪਾਸੇ ਕਹਿ ਰਿਹਾ ਕਿ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ, ਪਰ ਕਿਸਾਨ ਇਹ ਸੁਨੇਹਾ ਦੇ ਰਿਹਾ ਕਿ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ ਹੋਰ ਕੋਈ ਸਮਝੌਤਾ, ਹੋਰ ਕੋਈ ਮਸਲੇ ਦਾ ਹੱਲ ਨਹੀਂ ਹੈ। ਇਹ ਹੁਣ ਦੇਸ਼ ਦੇ ਲੋਕ ਹੀ ਨਿਬੇੜਾ ਕਰਨਗੇ ਕਿ ਇਹਨਾਂ ਧਿਰਾਂ ਚੋਂ ਕੌਣ ਸਹੀ ਹੈ। ਇਹਨਾਂ ਮੁੱਦਿਆਂ ਤੇ ਆਉਣ ਦੇ ਲਈ ਮੈਂ ਆਪਣੇ ਮਹਿਮਾਨਾਂ ਦਾ ਇੱਕ ਵਾਰ ਫੇਰ ਧੰਨਵਾਦੀ ਹਾਂ। ਦੇਸ਼ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।